ਅੱਛਾ, ਹੁਣ ਜਿਸ ਤਰ੍ਹਾਂ ਹੈ ਸੀ ਕਿ ਕੀ ਹੋਇਆ ਇਲੈਕਸ਼ਨ ਜਦੋਂ ਹੋਇਆ ਪੰਜਾਬ ਦੇ ਵਿੱਚ, ਤੇ ਉਹਦੇ ਵਿੱਚ ਮੈਂ ਗਵਰਨਰ ਪੰਜਾਬ ਗਲੈਂਸੀ ਬਰਟਨ ਗਲੈਂਸੀ, ਔਰ ਅਪ੍ਰੈਲ ਦੇ ਵਿੱਚ ਮੈਂ ਹਲੋ ਚੇਂਜ ਹੋ ਗਏ, ਔਰ ਸਰ ਐਵਨ ਜੈਂਕਿੰਸ ਦਾ ਲਾਸਟ ਗਵਰਨਰ ਟੁੱਕ ਓਵਰ। ਉਨ ਸਾਰੀਆਂ ਦੀ ਰਿਪੋਰਟਸ ਮੈਂ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਮੁਸਲਿਮ ਲੀਗ ਨੇ ਇਸ ਨੂੰ ਕਮਿਊਨਲ ਬੁਨਿਆਦਾਂ ਦੇ ਉੱਤੇ ਇਲੈਕਸ਼ਨ ਕੈਂਪੇਨ ਸ਼ੁਰੂ ਕੀਤਾ, ਜਿਹਦਾ ਜਵਾਬ ਸ਼ਾਇਦ ਸਿੱਖਾਂ ਨੇ ਦਿੱਤਾ, ਲੇਕਿਨ ਸਿੱਖ ਉਸ ਲੈਵਲ ਦਾ ਜਵਾਬ ਨਹੀਂ ਦੇ ਸਕੇ ਸਨ। ਔਰ ਕਾਂਗਰਸ ਦਾ ਪ੍ਰੋਬਲਮ ਤੇ ਇਹ ਸੀ ਕਿ 1942 ਅਗਸਤ ਤੋਂ ਲੈ ਕੇ ਜੂਨ 1945 ਤੱਕ ਉਹ ਤੇ ਜੇਲ੍ਹ ਵਿੱਚ ਹੈਗੇ ਸਨ, ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਨ ਦੀ ਵਜ੍ਹਾ ਨਾਲ। ਤੇ ਜਦੋਂ ਉਹਨਾਂ ਨੂੰ ਜੇਲ੍ਹਾਂ ਤੋਂ ਕੱਢਿਆ ਗਿਆ, ਤੇ ਉਹਨਾਂ ਦੇ ਕੋਲ ਕੋਈ ਪੰਜਾਬ ਦੇ ਵਿੱਚ ਆਪਣੀ ਕੈਂਪੇਨ ਸ਼ੁਰੂ ਕਰਨ ਦੀ ਕੈਪੈਸਿਟੀ ਨਹੀਂ ਸੀ। ਲਿਹਾਜ਼ਾ ਇਹ ਸਾਰੀ ਕੈਂਪੇਨ ਡੋਮੀਨੇਟ ਕੀਤੀ ਗਈ ਬਾਈ ਦ ਮੁਸਲਿਮ ਲੀਗ, ਜਿਹਦੇ ਚ ਇਹਨਾਂ ਨੇ ਹਰ ਉਹ ਨਾਰਾ ਜਿਹਦੇ ਤੇ ਇਸ਼ਤਾਲ ਆਂਦਾ ਹੈ, ਮਤਲਬ ਪਾਕਿਸਤਾਨ ਕਾ ਨਾਰਾ ਕਿਆ, ਲਾ ਇਲਾਹਾ ਇल्लल्लाह। ਇਹ ਮੈਂ ਮੁਸਲਿਮ ਸਟੂਡੈਂਟ ਫੈਡਰੇਸ਼ਨ ਦੇ 2-3 ਇੱਕ ਜੁਆਇੰਟ ਸੈਕਟਰੀ ਉਹਨਾਂ ਸਾਰਿਆਂ ਕੋਲ ਕਨਫਰਮ ਕੀਤਾ, ਇਹ ਬਿਲਕੁਲ ਨਾਰਾ ਲੱਗਿਆ, ਲਾਹੌਰ ਵਿੱਚ ਲੱਗਿਆ। ਮੇਰੇ ਆਪਣੇ ਤਾਏ ਦੇ ਪੁੱਤਰ ਸਨ, ਉਹਨਾਂ ਨੇ ਵੀ ਇਸ ਨਾਰੇ 'ਚ ਹਿੱਸਾ ਲਿਆ। ਮੀਆਂ ਮਕਸੂਦ ਅਹਿਮਦ, ਹੀ ਇਜ਼ ਔਨ, ਤੇ ਸਾਰਿਆਂ ਦੀ ਮੈਂ ਇੰਟਰਵਿਊ ਜਿਹੜੇ ਨੇ ਉਹਨਾਂ ਦੇ ਵਿੱਚ ਹਨ। ਹੁੰਦੇ ਸਨ ਅਜ਼ੀਜ਼ ਮਜ਼ਹਰ, ਸਾਡੇ ਬੜੇ ਵੱਡੇ ਜਰਨਲਿਸਟ ਸਨ, ਉਹਨਾਂ ਨਾਲ ਆਮਨੇ ਸਾਹਮਣੇ ਬੈਠ ਕੇ ਇੰਟਰਵਿਊ ਕੀਤਾ। ਉਹਨੇ ਕਿਹਾ ਜੀ ਪੂਰਾ ਨਾਰਾ ਲੱਗਿਆ। ਸਈਦ ਅਹਿਮਦ ਸਈਦ ਕਰਮਾਨੀ, ਉਹਨਾਂ ਨੇ ਵੀ ਕਨਫਰਮ ਕੀਤਾ ਕਿ ਅਸੀਂ ਇਹ ਨਾਰੇ ਦੇ ਉੱਤੇ ਲੋਕਾਂ ਨੂੰ ਕਿਹਾ ਕਿ ਪਾਕਿਸਤਾਨ ਜਦੋਂ ਬਣੇਗਾ ਤੇ ਮੁਸਲਮਾਨਾਂ ਲਈ ਬਣੇਗਾ। ਤੇ ਉਹਦੇ ਬਾਅਦ ਹੋਇਆ ਇਹ ਤਰ੍ਹਾਂ, ਹੁਣ ਇਹ ਬੜਾ ਇੰਪੋਰਟੈਂਟ ਹੈ, ਜਦੋਂ ਰਿਜ਼ਲਟ ਆਇਆ ਤੇ ਮੁਸਲਿਮ ਲੀਗ ਨੇ ਜਿਹੜੀਆਂ ਸਨ ਨਾ 74 ਸੀਟਾਂ, ਉਹਨਾਂ ਵਿੱਚੋਂ 73 ਸੀਟਸ ਜਾਂ 75 ਸੀਟਸ ਜਿੱਤ ਲਈਆਂ ਸਨ, ਲੇਕਿਨ ਪੰਜਾਬ ਅਸੈਂਬਲੀ ਦੀ ਟੋਟਲ ਸੀ 175। ਠੀਕ ਹੈ। ਸੋ ਤੁਹਾਡੇ ਕੋਲ ਮੈਜੋਰਿਟੀ ਨਹੀਂ ਸੀ। ਮੁਸਲਿਮ ਲੀਗ ਵਾਸ ਦ ਬਿਗੇਸਟ ਪਾਰਟੀ, ਬਟ ਮੈਜੋਰਿਟੀ ਨਹੀਂ ਸੀ। ਲਿਹਾਜ਼ਾ ਇਹਨਾਂ ਨੂੰ ਕੋਲੀਸ਼ਨ ਮੈਂਬਰਸ ਦੇ ਬਗੈਰ ਹਕੂਮਤ ਬਣਾਉਣ ਦਾ ਚਾਂਸ ਨਹੀਂ ਸੀ। ਇਹਨਾਂ ਨੇ ਕੋਸ਼ਿਸ਼ ਕੀਤੀ ਕਾਂਗਰਸ ਦੇ ਨਾਲ, ਲੇਕਿਨ ਕਿਉਂਕਿ ਸਾਰਾ ਕੈਂਪੇਨ ਹੀ ਸੀ ਐਂਟੀ ਕਮਿਊਨਲ, ਕਾਂਗਰਸ ਨੇ ਇਨਕਾਰ ਕਰਤਾ, ਸਿੱਖ ਲੀਡਰਸ਼ਿਪ ਨੇ ਵੀ ਇਨਕਾਰ ਕਰਤਾ, ਔਰ ਹੁਕੂਮਤ ਫਿਰ ਬਣੀ ਸਰ ਖਿਜ਼ਰ ਹਿਆਰ ਟਿਵਾਣਾ ਦੀ, ਜਿਨ੍ਹਾਂ ਦੀ ਪਾਰਟੀ 1937 ਸਭ ਕੁਝ ਜਿੱਤ ਗਈ ਸੀ, ਲੇਕਿਨ ਉਹ ਸਾਰੇ ਜਿਹੜੇ ਸਨ ਹੁਣ ਉਹਨਾਂ ਦੇ ਮੈਂਬਰਸ ਉਹ ਮੁਸਲਿਮ ਲੀਗ ਵਿੱਚ ਆ ਚੁੱਕੇ ਹੋਏ ਸਨ, ਕਿਉਂਕਿ ਜ਼ਮੀਨਾਂ ਨੂੰ ਬਚਾਉਣ ਦਾ ਔਰ ਉਹ ਹੀ ਤਰੀਕਾ ਸੀ ਕਿ ਜੇ ਪਾਕਿਸਤਾਨ ਬਣ ਰਿਹਾ ਹੈ ਤੇ ਫਿਰ ਮੁਸਲਿਮ ਲੀਗ ਦੇ ਨਾਲ ਆਓ। ਖਿਜ਼ਰ ਟਿਵਾਣਾ ਫਿਰ ਵੀ ਚੀਫ ਮਿਨਿਸਟਰ ਬਣੇ ਪੰਜਾਬ ਦੇ, ਮਗਰ ਵਿਦ ਦ ਸਪੋਰਟ ਆਫ ਦ ਕਾਂਗਰਸ ਐਂਡ ਦ ਸਿੱਖਸ। ਉਹਨਾਂ ਦੇ ਖੈਰ ਆਪਣੀ ਜਿਹੜੀ ਪੰਜਾਬ ਯੂਨੀਅਨਿਸਟ ਪਾਰਟੀ ਸੀ ਉਹਦੀ 14-15 ਸੀਟਾਂ ਹੀ ਸਨ। ਠੀਕ। ਹੁਣ ਮਸਲਾ ਹੋ ਜਾਂਦਾ ਹੈ ਪੋਲੀਟੀਕਲ ਸਾਇੰਸ ਦੇ ਵਿੱਚ ਕਿ ਲੀਗਲੀ ਤੇ ਜਿਹੜੀ ਹਕੂਮਤ ਬਣੀ ਉਹ ਬਿਲਕੁਲ ਕਨਸਟੀਟਿਊਸ਼ਨਲ ਦਰੁਸਤ ਹੈ, ਕਿਉਂਕਿ ਉਹਨਾਂ ਕੋਲ ਮੈਜੋਰਿਟੀ ਸੀ, ਲੇਕਿਨ ਮੁਸਲਿਮ ਲੀਗ ਦੇ ਵਿੱਚ ਔਰ ਮੁਸਲਮਾਨ ਜਿਹੜੇ ਸਨ ਪੰਜਾਬ ਦੇ, ਜਿਹੜੇ ਮੁਸਲਿਮ ਲੀਗ ਨਾਲ ਆ ਚੁੱਕੇ ਸਨ ਵੋਟਰਸ, ਉਹਨਾਂ ਦੇ ਦਿਲ ਵਿੱਚ ਸੀ ਕਿ ਯਾਰ ਜ਼ਿਆਦਾ ਤੇ ਸਾਡੀ ਪਾਰਟੀ ਨੂੰ ਵੋਟ ਮਿਲੇ ਨੇ। ਤੇ ਉੱਥੇ ਕੁਐਸਚਨ ਹੋ ਜਾਂਦਾ ਹੈ ਲੈਜੀਟੀਮੇਸੀ ਦਾ। ਕੋਈ ਚੀਜ਼ ਲੀਗਲ ਵੀ ਹੁੰਦੀ ਹੈ, ਲੇਕਿਨ ਲੋਕਾਂ ਦੀ ਅੱਖਾਂ 'ਚ ਉਹ ਮੁਨਾਸਿਬ ਨਹੀਂ ਹੁੰਦੀ। ਫਿਰ ਇਹਨਾਂ ਨੇ ਡਾਇਰੈਕਟ ਐਕਸ਼ਨ ਸ਼ੁਰੂ ਕੀਤਾ ਜਨਵਰੀ 24 ਨੂੰ, ਜਿਹੜਾ 26 ਫਰਵਰੀ ਤੱਕ ਚੱਲਿਆ। ਉਹਦੇ 'ਚ ਮੈਂ ਦਿਖਾਇਆ ਦਿਨ ਬ ਦਿਨ ਕਿਸ ਤਰ੍ਹਾਂ ਸ਼ੁਰੂ ਤੇ ਪੀਸਫੁਲ ਹੋਇਆ, ਹਜ਼ਾਰੋਂ ਲੋਕ ਜੇਲ੍ਹਾਂ 'ਚ ਗਏ ਕਿ ਤੁਸੀਂ ਪਾਕਿਸਤਾਨ ਬਣਨ ਦਿਓ, ਕਿਉਂਕਿ ਮੁਸਲਿਮ ਲੀਗ ਨੇ ਪਾਕਿਸਤਾਨ ਲਈ ਲੜਿਆ ਸੀ, ਕਾਂਗਰਸ ਨੇ ਇੰਡੀਆ ਨੂੰ ਯੂਨਾਈਟਿਡ ਲਈ ਲੜਿਆ ਸੀ, ਔਰ ਸਿੱਖਾਂ ਨੇ ਲੜਿਆ ਸੀ ਕਿ ਅਸੀਂ ਪਾਕਿਸਤਾਨ ਨਹੀਂ ਬਣਨ ਦਿਆਂਗੇ। ਠੀਕ। ਜਿਹੜੇ ਰਿਜ਼ਲਟ ਆਏ ਉਹਦੇ ਸਾਰੇ ਸਿੱਖਾਂ ਨੇ ਸਿੱਖਾਂ ਨੂੰ ਵੋਟ ਦਿੱਤਾ, ਸਾਰੇ ਹਿੰਦੂਆਂ ਨੇ ਜਿਹੜੇ ਪਹਿਲੇ ਮਹਾਸਭਾ ਨੂੰ ਦਿੰਦੇ ਸਨ ਜਾਂ ਕਿਸੇ ਹੋਰ ਨੂੰ ਦਿੰਦੇ ਸਨ ਉਹਨਾਂ ਨੇ ਕਾਂਗਰਸ ਨੂੰ ਦਿੱਤਾ, ਤੇ ਸਾਰੇ ਮੁਸਲਮਾਨਾਂ ਨੇ ਮੁਸਲਿਮ ਲੀਗ ਨੂੰ ਦਿੱਤਾ। ਜਿਹੜੇ ਮਜਲਿਸ ਇਰਾਰ ਦੇ ਲੋਕ ਸਨ ਜਾਂ ਕਮਿਊਨਿਸਟ ਪਾਰਟੀ, ਉਹ ਸਾਰੇ ਹਾਰ ਗਏ, ਕਿਉਂਕਿ ਕਮਿਊਨਲਾਈਜੇਸ਼ਨ ਹੋ ਗਈ ਨਾ ਪੰਜਾਬ ਦੇ ਵੋਟ ਦੀ। ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਹਕੂਮਤ ਜਿਹੜੀ ਹੈ ਖਿਜ਼ਰ ਟਿਵਾਣੇ ਦੀ ਅਸੀਂ ਨਹੀਂ ਮੰਨਦੇ, ਡਾਇਰੈਕਟ ਐਕਸ਼ਨ ਕੀਤਾ। ਉਹਦੇ 'ਚ ਇਹਨਾਂ ਨੇ ਜਿਹੜੇ ਨਾਅਰੇ ਲਾਏ ਉਹ ਖਾਸੇ, ਜੇ ਉਹਦਾ ਜ਼ਿਕਰ ਕੀਤਾ ਜਾਏ, ਇਜਾਜ਼ਤ ਦਿਓ ਤਾਂ ਕਰਾਂ ਜ਼ਿਕਰ ਉਹਨਾਂ ਦਾ। ਖਿਜ਼ਰ ਕੁੱਤਾ ਆਪਣੀ ਮਾਂ ਨਾਲ ਸੁੱਤਾ, ਖਿਜ਼ਰ ਦੱਲਾ ਹਾਏ ਹਾਏ,
ਔਰ ਗੁਜਰਾਤ ਦੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਚਲੋ ਵੀ ਚਲੋ ਇੱਕ ਚੀਜ਼ ਮਿਲੇਗੀ, ਕਿਆ ਬਈ ਕਿਆ, ਖਿਜ਼ਰ ਕੀ ਬੇਟੀ, ਵਾਹ ਬਈ ਵਾਹ। ਇਹ ਜਦੋਂ ਨਾਰੇ ਲੱਗਣੇ ਸ਼ੁਰੂ ਹੋਏ ਤੇ ਖਿਜ਼ਰ ਹਯਾਤ ਟਿਵਾਨਾ ਲੌਸਟ ਹਿਸ ਨਰਵ। ਇਹ ਨਾਰੇ ਮੁਸਲਿਮ ਲੀਗ ਉਸ ਵੱਲੋਂ ਤੋਂ- ਸਨ, ਹਾਂਜੀ, ਇਹ ਨਾਰੇ ਮੁਸਲਿਮ ਲੀਗੀਆਂ ਵੱਲੋਂ ਸਨ। ਹਾਂ ਸਭ ਨਾਰੇ ਮੁਸਲਿਮ ਲੀਗ ਵਾਲੇ ਨੇ, ਔਰ ਕਿਤਾਬ ਦੇ ਚ ਪੜ੍ਹ ਲਓ ਤੁਸੀਂ, ਔਰ ਮੇਰੇ ਪੜ੍ਹਨ ਦੇ ਬਾਅਦ ਜਾ ਕੇ ਵੈਰੀਫਾਈ ਕਰ ਲਓ ਉਨ ਬੁੱਕਾਂ 'ਚ ਜਿੱਥੋਂ ਇਹ ਮੈਂ ਲਏ ਨੇ। ਯਾਨੀ ਕੋਈ ਚੀਜ਼ ਜਿਹੜੀ ਮੈਂ ਉੱਥੇ ਕਹੀ ਹੈ ਉਹ ਐਸਾ ਨਹੀਂ ਹੈ ਕਿ ਸਿਰਫ ਜ਼ਿਕਰ ਹੈ, ਪੂਰੀ ਰੈਫਰੈਂਸ ਹੈ, ਔਰ ਉਹ ਕਿਤਾਬਾਂ ਔਰ ਉਹ ਜਿੰਨੇ ਵੀ ਪੇਪਰ ਨੇ ਉਹ ਐਕਸੈਸਿਬਲ ਨੇ, ਕੋਈ ਵੀ ਚੈੱਕ ਕਰ ਸਕਦਾ ਹੈ। ਸੋ ਨਥਿੰਗ ਵਿਚ ਆਈ ਕਲੇਮ ਇਜ਼ ਬੇਸਡ ਔਨ ਉਹ ਕੀ ਕਹਿੰਦੇ ਨੇ ਐਨੈਕਡੋਟਲ, ਮੈਂ ਤੁਹਾਨੂੰ ਦੱਸਿਆ, ਨੋ ਆਫੀਸ਼ੀਅਲ ਡਾਕੂਮੈਂਟਸ ਹਨ। ਤਦ ਹੀ ਅਵਾਰਡ ਮਿਲੇ ਨਾ, ਕਿਉਂਕਿ ਜਿਨ੍ਹਾਂ ਨੇ ਜੂਰੀਜ਼ ਨੇ ਦੇਖਿਆ ਹੋਏਗਾ ਉਹ ਚੈੱਕ ਕਰ ਸਕਦੇ ਹੋਣਗੇ ਨਾ, ਵਰਨਾ ਤੇ ਅਵਾਰਡ ਨਹੀਂ ਮਿਲਦਾ ਤੁਹਾਨੂੰ ਇੰਨੇ ਇਸ ਲੈਵਲ ਦਾ ਬੈਸਟ ਨੌਨ ਫਿਕਸ਼ਨ ਬੁੱਕ ਦਾ। ਅੱਛਾ, ਹੁਣ ਹੋਇਆ ਹੈ ਕਿ 20 ਫਰਵਰੀ ਨੂੰ ਲੇਬਰ ਹਕੂਮਤ ਨੇ ਕਹਿਤਾ ਕਿ ਅਸੀਂ ਜੂਨ 1948 ਤੱਕ ਹਿੰਦੁਸਤਾਨ ਵਿੱਚ ਟ੍ਰਾਂਸਫਰ ਕਰ ਦਿਆਂਗੇ ਪਾਵਰ। ਖਿਜ਼ਰ ਯਾਰ ਟਿਵਾਨਾ ਦੇ ਉੱਤੇ ਖਿਲਾਫ ਇੱਕ ਮੂਵਮੈਂਟ ਵੀ ਚੱਲਦੀ ਸੀ ਔਰ ਹਜ਼ਾरों ਲੋਕ ਮੁਸਲਮਾਨ ਜੇਲ੍ਹ ਜਾ ਰਹੇ ਸਨ, ਥੋੜੀ ਥੋੜੀ ਵਾਇਲੈਂਸ ਵੀ ਸ਼ੁਰੂ ਹੋ ਗਈ ਸੀ। ਮੈਂ ਕਈ ਕੇਸ ਦੱਸੇ ਨੇ ਕਤਲ ਹੋਣ ਦੇ ਲੋਕਾਂ ਦੇ, ਠੀਕ ਹੈ। ਤੇ ਉਹਨੇ ਰਿਅਲਾਈਜ਼ ਕਰ ਲਿਆ ਕਿ ਜੇ ਅੰਗਰੇਜ਼ ਵੀ ਛੱਡ ਰਹੇ ਨੇ ਔਰ ਨੈਸ਼ਨਲ ਵੋਟ ਜਿਹੜਾ ਉਹ ਤੇ ਜਾਂ ਮੁਸਲਿਮ ਲੀਗ ਨੂੰ ਮਿਲਿਆ ਜਾਂ ਕਾਂਗਰਸ ਨੂੰ ਮਿਲਿਆ, ਤੇ ਜਿਹੜੀ ਬ੍ਰਿਟਿਸ਼ ਲਾਇਲਿਸਟ ਪਾਰਟੀ ਸਨ, ਪੰਜਾਬ ਯੂਨੀਅਨਿਸਟ ਪਾਰਟੀ, ਉਹਨਾਂ ਦਾ ਫਿਊਚਰ ਤੇ ਜ਼ੀਰੋ ਹੋ ਗਿਆ। 26 ਫਰਵਰੀ ਨੂੰ ਸਮਝੌਤਾ ਹੋ ਗਿਆ ਕਿ ਜਿੰਨੇ ਵੀ ਲੋਕ ਅਰੈਸਟਡ ਨੇ ਜੇਲ੍ਹਾਂ 'ਚ ਹਕੂਮਤ ਛੱਡ ਦੇਗੀ ਔਰ ਜਿਹੜੀ ਮੂਵਮੈਂਟ ਚੱਲ ਰਹੀ ਹੈ ਉਹ ਮੁਸਲਿਮ ਲੀਗ ਕਾਲ ਆਫ ਕਰ ਲੇ। ਲੇਕਿਨ ਖਿਜ਼ਰ ਟਿਵਾਨਾ ਦੀ ਰੀਡਿੰਗ ਸੀ ਕਿ ਆਈ ਹੈਵ ਨੋ ਫਿਊਚਰ। ਅਗਲੀ ਗੱਲ ਜਿਹੜੀ ਹੋਣੀ ਹੈ ਉਹ ਕਾਂਗਰਸ ਵਰਸਸ ਮੁਸਲਿਮ ਲੀਗ ਐਂਡ ਦ ਬ੍ਰਿਟਿਸ਼ ਹੋਣਾ ਚ ਹੋਣੀ ਹੈ। ਇਟਸ ਓਵਰ। ਮੈਂ ਵਿੱਚ ਸਾਈਡ ਤੇ ਜਾ 2 ਮਾਰਚ ਤੇ ਉਹਨਾਂ ਨੇ ਖੁਦ ਹੀ ਰਿਜ਼ਾਈਨ ਕਰਤਾ, ਜਿਹਦੇ ਚ ਕਾਂਗਰਸ ਔਰ ਸਿੱਖ ਜਿਹੜੇ ਲੀਡਰ ਸਨ ਉਹਨਾਂ ਨੂੰ ਕੌਨਫੀਡੈਂਸ ਵਿੱਚ ਨਹੀਂ ਲਿਆ। ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਅਸੀਂ ਸਾਰਾ ਕੁਝ ਛੱਡ ਕੇ ਤੁਹਾਨੂੰ ਪ੍ਰਾਈਮ ਚੀਫ ਮਿਨਿਸਟਰ ਬਣਾਇਆ, ਤੁਸੀਂ ਕਿਉਂ ਰਿਜ਼ਾਈਨ ਕਰਤਾ। ਖੈਰ ਹੀ ਰਿਜ਼ਾਈਨ, ਕਿਉਂਕਿ ਜਿਹੜੀ ਗਾਲਾਂ ਗੂਲਾਂ ਉਹਨਾਂ ਦੇ ਖਿਲਾਫ ਮੈਂ ਤੇ ਚੰਦ ਮੈਨੂੰ ਯਾਦ ਆਈਆਂ ਨੇ, ਹੋਰ ਵੀ ਬੜੀਆਂ ਭੈੜੀਆਂ ਸਨ, ਬਦਤਮੀਜ਼ ਕਿਸਮ ਦੀਆਂ ਗਾਲੀਆਂ ਨਾ, ਜਿਹੜੀ ਤੁਸੀਂ ਕਿਸੇ ਉਹ ਇੱਕ ਸ਼ਰੀਫ ਆਦਮੀ ਸੀ, ਫਿਊਡਲ ਲਾਰਡ ਹੋਣਗੇ ਲੇਕਿਨ ਇੱਕ ਸ਼ਰੀਫ ਆਦਮੀ ਸੀ। ਹੀ ਕੁਡ ਨਾਟ ਸਟੈਂਡ being insulted from morning to evening, simple as that। ਔਰ ਉਹਨੇ ਦੇਖ ਲਿਆ ਕਿ ਫਿਊਚਰ ਦੇ ਵਿੱਚ ਅੰਗਰੇਜ਼ ਨੇ ਜੋ ਵੀ ਫੈਸਲਾ ਕਰਨਾ ਹੈ ਉਹ ਇਹਨਾਂ 2 ਪਾਰਟੀਆਂ ਦੇ ਨਾਲ ਕੰਸਲਟ ਕਰਕੇ ਕਰਨਾ ਹੈ, ਮੇਰਾ ਰੋਲ ਖਤਮ ਹੋ ਚੁੱਕਿਆ ਹੈ। ਉਹਦੇ ਬਾਅਦ ਕੀ ਹੋਇਆ ਕਿ 3 ਤਾਰੀਖ ਨੂੰ ਮਾਸਟਰ ਤਾਰਾ ਸਿੰਘ ਇਹ ਲਾਹੌਰ ਦੀ ਅਸੈਂਬਲੀ ਤੋਂ ਬਾਹਰ ਆਏ ਔਰ ਉੱਥੇ ਇਹਨਾਂ ਨੇ ਕੋਈ ਕਹਿਤਾ ਕਿ ਅਸੀਂ ਪਾਕਿਸਤਾਨ ਮੁਰਦਾਬਾਦ, ਅਸੀਂ ਪਾਕਿਸਤਾਨ ਨਹੀਂ ਬਣਨ ਦਿਆਂਗੇ। ਕੁਝ ਲੋਕ ਕਹਿੰਦੇ ਨੇ ਜੀ ਉਹਨਾਂ ਨੇ ਉਹ ਕੱਢ ਕੇ ਕਿਰਪਾਨ ਵੀ, ਔਰ ਮੈਂ ਕੁਝ ਲੋਕਾਂ ਨੂੰ ਖੁਦ ਮਿਲਿਆ ਜਿਨ੍ਹਾਂ ਨੇ ਕਿਹਾ ਜੀ ਹਾਂ ਇਸ ਤਰ੍ਹਾਂ ਹੀ ਹੋਇਆ ਸੀ। ਲੇਕਿਨ ਮੇਰੇ ਸਿੱਖ ਦੋਸਤਾਂ ਨੇ ਕਿਹਾ ਜੀ ਕਿਰਪਾਨ ਕੱਢਣ ਵਾਲੀ ਗੱਲ ਬਾਅਦ ਵਿੱਚ ਬਣੀ ਹੈ, ਲੇਕਿਨ ਇਹ ਉਹ ਮੰਨਦੇ ਨੇ ਕਿ ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਮੁਰਦਾਬਾਦ, ਅਸੀਂ ਪਾਕਿਸਤਾਨ ਨਹੀਂ ਬਣਨ ਦਿਆਂਗੇ। ਉਸੇ ਸ਼ਾਮ ਨੂੰ ਪੁਰਾਣੀ ਅਨਾਰਕਲੀ ਦੇ ਕੋਲ ਇੱਕ ਹੁੰਦਾ ਸੀ ਕੁੜੀ ਬਾਜ਼ਾਰ, ਉਸ ਜ਼ਮਾਨੇ 'ਚ। ਸਰ ਸੌਰੀ ਤੁਹਾਨੂੰ ਇੱਥੇ ਕੱਟ ਰਹੀ ਹਾਂ ਜੀ। ਮਾਸਟਰ ਤਾਰਾ ਸਿੰਘ ਦਾ ਇਹ ਕਹਿਣਾ ਕਿ ਅਸੀਂ ਪਾਕਿਸਤਾਨ ਨਹੀਂ ਬਣਨ ਦੇਵਾਂਗੇ, ਇਹਦੇ ਪਿੱਛੇ ਵੀ ਤਾਂ ਕੋਈ ਹਕੀਕਤ ਹੋਏਗੀ ਜਿਸ ਬੁਨਿਆਦ ਤੇ ਉਹ ਕਹਿ ਰਹੀ ਹੈ, ਜੇ ਅਸੀਂ ਉਹ ਵੀ ਖੋਲ ਲਵੀਏ ਤਾਂ ਕਰ ਲਈ। ਹਾਂ, ਬਹੁਤ ਅੱਛੀ ਗੱਲ ਹੈ। ਅੱਛਾ ਤੁਸੀਂ ਯਾਦ ਦਿਲਾਤਾ ਹੈ, ਕਿਉਂਕਿ ਹਰ ਦਫਾ ਜਦੋਂ ਮੈਨੂੰ ਦੱਸਣਾ ਪੈਂਦਾ ਤਾਂ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਸਾਈਡ ਤੇ। ਉਸ ਤੋਂ ਪਹਿਲੇ ਇਹ ਇਨਸੀਡੈਂਟ ਹੋਇਆ ਸੀ ਕਿ 24 ਫਰਵਰੀ 1947, ਦੋਸਤਾਂ ਨੂੰ ਮੈਂ ਦੱਸ ਦਿਆਂ, ਉਸੇ ਦਿਨ ਮੈਂ ਲਾਹੌਰ 'ਚ ਪੈਦਾ ਹੋਇਆ ਸਾਂ। ਹਾਂਜੀ, ਉਸੇ ਦਿਨ ਮੁਸਲਿਮ ਲੀਗ ਦਾ ਇਹ ਜਿਹੜਾ ਇੱਕ ਉਹ ਸੀ ਆਪਣਾ ਜਲੂਸ ਜਾ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ, ਔਰ ਜਦੋਂ ਇਹ ਸਿਵਲ ਲਾਈਨਸ ਅੰਮ੍ਰਿਤਸਰ ਪਹੁੰਚਿਆ ਤੇ ਉੱਥੇ ਇੱਕ ਆਫ ਡਿਊਟੀ ਸਿੱਖ ਖਲੋਤਾ ਸੀ ਕਾਂਸਟੇਬਲ। ਇਹਨਾਂ ਨੇ ਉਹਦੇ ਵੱਲ ਵੱਧ ਕੇ ਤੇ ਉਹਨੂੰ ਬੜੀ ਬੁਰੀ ਤਰ੍ਹਾਂ ਮਾਰ ਕੇ ਉੱਥੇ ਮਾਰ ਛੱਡਿਆ। ਉਹਦੇ ਬਾਅਦ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਇਹ ਮੁਸਲਿਮ ਲੀਗ ਦੀ ਮੂਵਮੈਂਟ ਪੋਲੀਟੀਕਲ ਨਹੀਂ ਹੈਗੀ, ਇਹ ਕਮਿਊਨਲ ਹੈ। ਔਰ ਉਹਦੇ ਬਾਅਦ 3 ਮਾਰਚ ਨੂੰ ਫਿਰ ਉਹਨੇ ਇਹ ਬਿਆਨ ਦਿੱਤਾ ਤੇ ਉਹਦੀ ਇਹ ਬੈਕਗ੍ਰਾਉਂਡ ਹੈ। ਠੀਕ। 3 ਦੀ ਸ਼ਾਮ ਨੂੰ ਜਦੋਂ ਇਹਨਾਂ ਦਾ ਕੁੜੀ ਬਾਜ਼ਾਰ ਵਿੱਚ ਹੋਇਆ ਮਜਮਾ, ਤੇ ਉਹਦੇ 'ਚ ਵੱਧ ਕੇ ਇਹਨਾਂ ਨੇ ਕਿਹਾ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ, ਅਸੀਂ ਇਹ ਨਹੀਂ ਕਰਨ ਦਿਆਂਗੇ। 4 ਕੁਝ ਲੋਕ ਕਹਿੰਦੇ ਨੇ 3 ਨੂੰ ਹੀ, ਲੇਕਿਨ 4 ਤੋਂ ਤੇ ਡੈਫੀਨਿਟ ਹੈ।
ਲਾਹੌਰ ਦੇ ਅੰਦਰ ਸ਼ਹਿਰ ਦੇ ਵਿੱਚ ਛੁਰੀਆਂ, ਸਟੈਬਿੰਗ, ਗੋਲੀ ਸ਼ੁਰੂ ਹੋ ਗਈ। ਗਵਰਨਮੈਂਟ ਕਾਲਜ ਲਾਹੌਰ ਦੇ ਵਿੱਚ 4 ਨੂੰ ਹੀ ਸਵੇਰ 10 ਵਜੇ, ਦੇਖੋ ਜੀ ਜਿਹੜਾ ਅੱਜ ਇਸਲਾਮੀਆ ਕਾਲਜ ਦਾ ਹੈ ਨਾ ਸਿਵਲ ਲਾਈਨਸ, ਉਹਦੇ ਨਾਲ ਇੱਕ ਹੋਸਟਲ ਜਿਹੜਾ ਸ਼ਾਇਦ ਹੁਣ ਗਵਰਨਮੈਂਟ ਕਾਲਜ ਇਹ ਉਦੋਂ ਇਹ ਸਾਰੇ ਇੱਕ ਹਿੰਦੂ ਕਾਲਜ ਹੁੰਦਾ ਸੀ, ਕੀ ਨਾਂ ਸੀ ਉਹਦਾ ਯਾਰ, ਵੈਦਿਕ ਸਮਥਿੰਗ ਕਾਲਜ। ਉੱਥੋਂ ਸਟੂਡੈਂਟ ਆਏ ਪ੍ਰੋਟੈਸਟ ਕਰਦੇ ਹੋਏ ਕਿ ਅਸੀਂ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣਨ ਦਿਆਂਗੇ। ਤੇ ਗੋਲਬਾਗ ਜਿਹਨੂੰ ਅਸੀਂ ਹੁਣ ਨਾਸਰਬਾਗ ਕਹਿੰਦੇ ਆ ਸ਼ਾਇਦ, ਜਾਂ ਹਾਂਜੀ, ਉਹਦੇ ਜਦੋਂ ਆਏ ਤੇ ਗਵਰਨਮੈਂਟ ਕਾਲਜ ਦੇ ਜਿਹੜੇ ਪ੍ਰਿੰਸੀਪਲ ਸਨ ਬੁਖਾਰੀ ਸਾਹਿਬ, ਉਹਨਾਂ ਨੇ ਪੁਲਿਸ ਨੂੰ ਕਿਹਾ ਵੀ ਇੱਥੇ ਤੇ ਲੱਗਦਾ ਕਿ ਬੜਾ ਝਗੜਾ ਹੋ ਜਾਏਗਾ, ਤੇ ਪੁਲਿਸ ਨੇ ਆ ਕੇ ਉੱਥੇ ਫਾਇਰਿੰਗ ਕੀਤੀ ਤੇ ਕੁਝ ਹਿੰਦੂ ਔਰ ਸਿੱਖ ਸਟੂਡੈਂਟ ਉੱਥੇ ਮਾਰੇ ਗਏ। 4 ਤਾਰੀਖ ਤੋਂ ਲਾਹੌਰ ਦੇ ਵਿੱਚ ਜਿਸ ਮਹੱਲੇ 'ਚ ਹਿੰਦੂ ਸਿੱਖ ਮੈਜੋਰਿਟੀ ਸਨ, ਉੱਥੇ ਮੁਸਲਮਾਨ ਸ਼ਾਇਦ ਫਸ ਗਏ ਹੋਣਗੇ, ਬਾਕੀ ਇਲਾਕਿਆਂ 'ਚ ਹਿੰਦੂ ਸਿੱਖ ਮੁਸਲਮਾਨਾਂ ਦੇ ਹੱਥ ਆ ਗਏ। ਲੇਕਿਨ ਜਿਹੜੀ ਅਪਰ ਕਲਾਸ ਇਲਾਕੇ ਸਨ ਉੱਥੇ ਕੋਈ ਨਹੀਂ ਗਿਆ, ਕਿਉਂਕਿ ਉੱਥੇ ਕੋਈ ਵੀ ਨਹੀਂ ਜਾਂਦਾ, ਤੁਹਾਨੂੰ ਪਤਾ ਹੀ ਹੈ। ਇਹ ਮਿਡਲ ਕਲਾਸ ਦੇ ਇਲਾਕਿਆਂ 'ਚ ਤੇ ਪੁਰਾਣੇ ਸ਼ਹਿਰ ਵਿੱਚ ਇਹ ਸਾਰੀ ਚੀਜ਼ਾਂ ਹੋਈਆਂ, ਠੀਕ ਹੈ। 4 ਦੀ ਰਾਤ ਨੂੰ ਹੀ, ਸ਼ਾਮ ਨੂੰ ਹੀ ਰਾਵਲਪਿੰਡੀ 'ਚ ਖਬਰ ਪਹੁੰਚ ਗਈ, ਕਿਉਂਕਿ ਕਈ ਲੋਕ ਅੰਮ੍ਰਿਤਸਰ ਤੋਂ ਆਉਂਦੇ ਸਨ ਮੁਗਲਪੁਰਾ ਵਰਕਸ਼ਾਪ ਵਿੱਚ ਕੰਮ ਕਰਨ, ਤੇ ਉੱਥੋਂ ਵਾਪਸ ਚਲੇ ਜਾਂਦੇ ਸਨ, ਉਹ ਵਰਕਰ ਸਨ। ਉਹ ਜਦੋਂ ਵਾਪਸ ਗਏ ਤੇ ਖਬਰ ਆ ਗਈ ਕਿ ਲਾਹੌਰ 'ਚ ਤੇ ਬਲਵਾ ਹੋ ਰਿਹਾ ਹੈ। ਉੱਥੇ ਫਿਰ ਕੁਝ ਸਿੱਖਾਂ ਨੇ ਉਹ ਢੋਲ ਵਜਾ ਕੇ ਤੇ ਕਿਰਬਾਨਾਂ ਕੱਢ ਕੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਨਹੀਂ ਬਣਨ ਦਿਆਂਗੇ, ਤੇ ਉਧਰ ਫਿਰ ਉੱਥੋਂ ਦੇ ਮੁਸਲਮਾਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ ਤੇ ਬੋਤਲਾਂ ਸੁੱਟੀਆਂ। ਉਹਦੇ ਬਾਅਦ ਅੰਮ੍ਰਿਤਸਰ ਵੀ ਉਹਦੇ ਜ਼ਾਦੇ 'ਚ ਆ ਗਿਆ, ਔਰ 5 ਤਾਰੀਖ ਨੂੰ ਮੁਲਤਾਨ ਔਰ ਰਾਵਲਪਿੰਡੀ 'ਚ ਇਹ ਝਗੜੇ ਸ਼ੁਰੂ ਹੋ ਗਏ, ਔਰ ਇਹ ਝਗੜੇ ਕੋਈ 10 ਦਿਨ ਤੱਕ ਚੱਲੇ ਨੇ। ਔਰ ਉਹਦੇ ਬਾਅਦ ਹਕੂਮਤ ਨੇ ਫਿਰ ਕੰਟਰੋਲ 'ਚ ਲੈ ਲਿਆ, ਫੌਜ ਦੇ ਜ਼ਰੀਏ, ਪੁਲਿਸ ਦੇ ਜ਼ਰੀਏ। ਉਨ ਦਿਨਾਂ ਦੇ ਵਿੱਚ ਕਈ 100 ਲੋਕ ਮਾਰੇ ਗਏ। ਮੈਜੋਰਿਟੀ ਮਤਲਬ ਰਾਵਲਪਿੰਡੀ ਦੇ ਜਿਹੜੇ ਹਨ ਨਾ ਪਿੰਡ, ਰਾਵਲਪਿੰਡੀ ਬੜਾ ਇੰਟਰਸਟਿੰਗ ਇਲਾਕਾ ਸੀ, ਡਿਸਟ੍ਰਿਕਟ 80% ਮੁਸਲਿਮ, ਲੇਕਿਨ ਰਾਵਲਪਿੰਡੀ ਸਿਟੀ ਦੇ ਵਿੱਚ ਹਿੰਦੂ ਔਰ ਸਿੱਖ ਮਿਲਾ ਕੇ ਮੈਜੋਰਿਟੀ ਸਨ। ਔਰ ਰਾਵਲਪਿੰਡੀ ਦੇ ਪਿੰਡਾਂ ਦੇ ਵਿੱਚ ਕਈ ਪਿੰਡ ਜਿਹੜੇ ਸਨ ਉਹ ਸਿੱਖ ਮੈਜੋਰਿਟੀ ਐਂਡ ਸਮ ਹਿੰਦੂਜ਼ ਹੈਗੇ ਸਨ, ਉੱਥੇ ਸਿੱਖਾਂ ਦੀ ਕੋਈ ਬੜੀ ਪ੍ਰੈਜ਼ੈਂਸ ਸੀ। 6 ਤਾਰੀਖ ਨੂੰ ਸ਼ਾਮ ਨੂੰ ਇਹ ਰਾਵਲਪਿੰਡੀ 'ਚ ਇਕੁਅਲ ਫਾਈਟ ਹੋ ਰਹੀ ਸੀ। ਫਿਰ ਕੁਝ ਲੋਕਾਂ ਨੇ ਫੈਸਲਾ ਕੀਤਾ ਕਿ ਇਹ ਪਿੰਡਾਂ ਵੱਲ ਰੁਖ ਕੀਤਾ ਜਾਏ, ਔਰ ਰਾਵਲਪਿੰਡੀ ਜਿਹੜੇ ਸਿੱਖਾਂ ਦੇ ਪਿੰਡ ਨੇ ਉਹਨਾਂ ਨੂੰ ਘੇਰਾ ਪਾ ਕੇ ਤੇ ਫਿਰ ਉਹਨਾਂ ਦਾ ਕਤਲੇਆਮ ਹੋਇਆ। ਆਫੀਸ਼ੀਅਲ ਫਿਗਰਸ 2004 ਜਾਂ 2008 ਦੱਸਦੇ ਨੇ, ਸਿੱਖਾਂ ਦੀ ਫਿਗਰ ਕੋਈ 10,000 ਨੇ, ਔਰ ਮੇਰੀ ਆਪਣੀ ਅੰਡਰਸਟੈਂਡਿੰਗ ਹੈ 5 to 7,000 ਐਟਲੀਸਟ ਸਿੱਖਾਂ ਦਾ ਉੱਥੇ ਬੁਚਰੀ ਹੋਈ। ਠੀਕ, ਉੱਥੋਂ ਫਿਰ ਕੁਝ ਸਿੱਖ ਬਚ ਕੇ ਤੇ ਈਸਟ ਪੰਜਾਬ ਵਿੱਚ ਚਲੇ ਗਏ। ਉਹਨਾਂ ਨੇ ਫਿਰ ਤਿਆਰੀ ਕੀਤੀ, ਫਿਰ ਜਦੋਂ ਰੈਡਕਲਿਫ ਅਵਾਰਡ ਆਇਆ ਫਿਰ ਉਧਰੋਂ ਹਮਲੇ ਸ਼ੁਰੂ ਹੋਏ, ਫਿਰ ਇਧਰੋਂ ਹੋਏ। ਉਸ ਤੇ ਅਗਲੇ ਸਟੋਰੀ ਅਸੀਂ ਕੰਟੀਨਿਊ ਕਰਾਂਗੇ, ਠੀਕ ਹੈ। ਠੀਕ, ਕਿ ਵਾਈ ਮਾਰਚ ਦੇ ਵਿੱਚ ਲਾਹੌਰ ਔਰ ਮੁਲਤਾਨ ਦੇ ਵਿੱਚ ਇਕੁਅਲ ਰਿਹਾ। ਲਾਹੌਰ ਦੇ ਅਪਰ ਹੈਂਡ ਮੁਸਲਮਾਨਾਂ ਦਾ ਰਿਹਾ, ਔਰ ਅੰਮ੍ਰਿਤਸਰ ਦੇ ਵਿੱਚ ਇਕੁਅਲ ਰਿਹਾ। ਮੁਲਤਾਨ ਦੇ ਵਿੱਚ ਤੇ ਜ਼ਿਆਦਾ ਸਿੱਖ ਨਹੀਂ ਸਨ, ਹਿੰਦੂ ਸਨ, ਉਹਨਾਂ ਦਾ ਵਨ ਸਾਈਡਡ ਕਤਲੇਆਮ ਹੋਇਆ। ਰਾਵਲਪਿੰਡੀ ਦੇ ਵਿੱਚ ਪਹਿਲੇ ਦਿਨ 2 ਦਿਨ ਇਕੁਅਲ ਫਾਈਟ ਹੋਈ ਸ਼ਹਿਰ ਦੇ ਵਿੱਚ। 6 ਦੀ ਸ਼ਾਮ ਨੂੰ ਇਹ ਸਾਰਾ ਰੁਖ ਹੋ ਗਿਆ ਪਿੰਡਾਂ 'ਚ, ਜਿੱਥੇ ਸਿੱਖਾਂ ਦੇ ਪਿੰਡਾਂ ਨੂੰ ਘੇਰ ਕੇ ਇਹਨਾਂ ਨੇ ਫਿਰ ਕਤਲੇਆਮ ਕੀਤਾ। ਤੇ ਇਸ ਲਈ ਮਾਰਚ ਦੀ ਇਸ ਤਰ੍ਹਾਂ ਸਟੋਰੀ ਹੈ। ਠੀਕ ਹੈ। ਅੱਛਾ ਸਰ, ਇਹਦੇ 'ਚ ਇੱਕ ਇਹਦਾ ਸਬ ਕੁਐਸਚਨ ਅਸੀਂ ਕਹਿ ਸਕਦੇ ਹਾਂ, ਪੰਜਾਬ ਦੇ ਨਾਲ ਦੀ ਜਿਹੜੀ ਇੱਕ ਰਿਆਸਤ ਪੈਂਦੀ ਸੀ ਬਹਾਵਲਪੁਰ ਜੀ, ਬਹਾਵਲਪੁਰ ਤੇ ਉਹ ਤੇ ਪੰਜਾਬ ਦੇ ਅੰਡਰ ਨਹੀਂ ਸੀ, ਲੇਕਿਨ ਪਾਲਿਸੀਜ਼ ਉਸ ਵੇਲੇ ਪਾਰਟੀਸ਼ਨ ਦੇ ਵੇਲੇ ਜੋ ਪੰਜਾਬ ਦੇ ਅੰਦਰ ਹੋ ਰਹੀਆਂ ਸੀ ਉਹੀ ਉੱਥੇ ਹੋ ਰਹੀਆਂ ਸੀ। ਉੱਥੇ ਕਿਉਂ ਹੋ ਰਹੀਆਂ ਸੀ, ਇਹ ਇਸ ਨੂੰ ਕਿਸ ਹੱਦ ਤੱਕ ਤੁਸੀਂ ਸਮਝਦੇ ਹੋ? ਮੇਰੀ ਰਿਸਰਚ ਨੇ ਤੇ ਇਹ ਦੱਸਿਆ ਕਿ ਨਵਾਬ ਸਾਹਿਬ ਦਾ ਉਹ ਖੁਦ ਸ਼ਾਇਦ ਉਹ ਤੋਂ ਨਹੀਂ ਸਨ। ਉਹਨਾਂ ਨੇ ਹੁਕਮ ਦਿੱਤਾ ਹੋਇਆ ਸੀ ਕਿ ਮੇਰੇ ਜਿਹੜੇ ਹਿੰਦੂ ਔਰ ਸਿੱਖ ਹੈਗੇ ਨੇ ਸਬਜੈਕਟਸ, ਉਹਨਾਂ ਨੂੰ ਪੀਸਫੁਲੀ ਉੱਥੋਂ ਨਿਕਾਲ ਲਓ। ਬਲਕਿ ਅਸੀਂ ਤੇ ਫਖਰ ਨਾਲ ਕਹਿ ਸਕਦੇ ਹਾਂ ਕਿ ਬਹਾਵਲਪੁਰ ਦੇ ਵਿੱਚ ਕੋਈ ਐਡਾ ਕਤਲੇਆਮ ਨਹੀਂ ਹੋਇਆ ਜਿੰਨਾ ਕਿ ਹੋ ਸਕਦਾ ਸੀ। ਇਹਦੇ ਬਰਕਸ ਪਟਿਆਲਾ ਦੇ ਵਿੱਚ ਔਰ ਚੰਦ ਹੋਰ ਸਟੇਟਸ ਦੇ ਵਿੱਚ
ਬਹੁਤ ਮੁਸਲਮਾਨ ਮਾਰੇ ਗਏ ਨੇ। ਬਲਕਿ ਇਹ ਤਾਰੀਫ ਕਰਨੀ ਚਾਹੀਦੀ ਹੈ ਕਿ ਬਹਾਵਲਪੁਰ ਦੀ ਐਡਮਿਨਿਸਟ੍ਰੇਸ਼ਨ ਨੇ ਇਸ ਤਰ੍ਹਾਂ ਕਤਲੇਆਮ ਨਹੀਂ ਹੋਣ ਦਿੱਤਾ, ਤੇ ਲਿਹਾਜ਼ਾ ਮੈਂ ਤੁਹਾਡੇ ਨਾਲ ਡਿਸਐਗਰੀ ਕਰਨਾ। ਹੋਇਆ ਜ਼ਰੂਰ ਹੈ, ਲੇਕਿਨ ਜਿਸ ਸਕੇਲ ਤੇ ਹੋ ਸਕਦਾ ਸੀ ਬਿਲਕੁਲ ਨਹੀਂ ਹੋਇਆ ਉਸ ਤਰ੍ਹਾਂ। ਨਹੀਂ, ਮੈਂ ਮੇਰਾ ਜਿਹੜਾ ਕੁਐਸਚਨ ਹੈ ਉਹ ਕੁਐਸਚਨ ਇਹ ਹਾਂਜੀ ਹੈ ਕਿ ਉੱਥੇ ਤੇ ਪੰਜਾਬ ਦੀ ਪਾਲਿਸੀ ਚੱਲ ਹੀ ਨਹੀਂ ਰਹੀਆਂ ਸੀ, ਉਹ ਤੇ ਇੱਕ ਸੈਪਰੇਟ ਸਟੇਟ ਸੀ। ਸੋ ਕਿਸ ਤਰੀਕੇ ਦੇ ਨਾਲ ਉੱਥੋਂ ਉਹਨਾਂ ਨੂੰ ਮਾਈਗ੍ਰੇਸ਼ਨ ਦਾ, ਹਿੰਦੂਆਂ ਨੂੰ ਸਿੱਖਾਂ ਨੂੰ ਕੱਢਿਆ ਗਿਆ, ਉੱਥੋਂ ਉਸ ਸਾਈਡ ਤੇ ਆ ਕੇ ਮੁਸਲਮਾਨ ਆਬਾਦ ਹੋਏ। ਮੈਂ ਇਸ ਕਨੈਕਸ਼ਨ ਨੂੰ ਸਮਝਣਾ ਚਾਹ ਰਹੀ ਹਾਂ। ਹਾਂ, ਹੋਰ ਉਹ ਤੇ ਇਸ ਤਰ੍ਹਾਂ ਸਭ ਤੋਂ ਮੈਂ ਵੀ ਇੰਟਰਵਿਊ ਪਾਰਟੀਸ਼ਨ ਤੇ ਕਾਫੀ ਜ਼ਿਆਦਾ ਲੋਕਾਂ ਦੇ ਕੀਤੇ, ਸਭ ਤੋਂ ਪੀਸਫੁਲੀ ਜਿਹੜੀ ਮਾਈਗ੍ਰੇਸ਼ਨ ਹੋਈ ਹੈ ਉਹ ਬਹਾਵਲ ਨਗਰ, ਬਹਾਵਲਪੁਰ, ਇਹਨਾਂ ਏਰੀਆਜ਼ ਦੀ ਹੋਈ ਹੈ, ਜਿੱਥੇ ਇਹ ਤੁਸੀਂ ਖੁਦ ਕਹਿ ਰਹੇ ਹੋ ਨਾ, ਕੋਈ ਇਨਸਾਨ ਕਤਲ ਨਹੀਂ ਹੋਇਆ। ਲੋਕਾਂ ਨੇ ਚੁੱਕ ਪਿੰਡਾਂ ਥਾਵਾਂ ਤੇ ਇੱਕ ਦੂਸਰੇ ਨੂੰ ਜਾਣਦੇ ਸੀ, ਉਹਨਾਂ ਨੂੰ ਛੱਡ ਕੇ ਆਏ ਕਿ ਇਹ ਬਾਰਡਰ ਬਣ ਗਿਆ, ਉਧਰ ਦੇ ਲੋਕਾਂ ਨੇ ਲਿਆ ਕੇ ਇੱਧਰ ਛੱਡਿਆ। ਤੇ ਮੇਰੇ ਫਿਰ ਤਾਂ ਤੁਸੀਂ ਮੇਰੀ ਗੱਲ ਮੰਨ ਰਹੇ ਹੋ ਨਾ, ਜੀ ਜੀ। ਇੱਧਰ ਨਹੀਂ ਹੋਇਆ ਤੇ ਤੁਸੀਂ ਕਿਹਾ ਸੀ ਕਿ ਉੱਥੇ ਕਿਉਂ ਹੋਇਆ। ਗੱਲ ਇਹ ਜਦੋਂ ਹੋਇਆ ਤੇ ਉਦੋਂ ਅਗਸਤ ਦੇ ਮਹੀਨੇ 'ਚ ਸ਼ੁਰੂ ਹੋਇਆ, ਔਰ ਉਦੋਂ ਅਹਿਸਾਸ ਤੇ ਹੋਇਆ ਕਿ ਈਸਟ ਪੰਜਾਬ ਵਿੱਚ ਮੁਸਲਮਾਨਾਂ ਤੇ ਹਮਲੇ ਹੋ ਰਹੇ ਸਨ ਤੇ ਉਧਰੋਂ ਲੋਕ ਆ ਰਹੇ ਸਨ। ਉਦੋਂ ਫਿਰ ਹਕੂਮਤ ਚਾਹੇ ਜਾਂ ਨਾ ਚਾਹੇ, ਲੋਕਲੀ ਲੋਕਾਂ ਨੇ ਗੁੰਡਾਗਰਦੀ ਕੀਤੀ ਹੋਣੀ ਹੈ, ਔਰ ਉਹ ਮੇਰਾ ਪੂਰਾ ਐਵੀਡੈਂਸ ਹੈ ਕਿਤਾਬ ਦੇ ਵਿੱਚ। ਲੇਕਿਨ ਜ਼ਿਆਦਾਤਰ ਹਿੰਦੂ ਸਿੱਖਾਂ ਨੂੰ ਬਾਵਲਪੁਰ ਤੋਂ ਪੀਸਫੁਲੀ ਉਹਨਾਂ ਨੇ ਰੁਖ ਕੀਤਾ, ਉਹਨਾਂ ਨੂੰ ਰੁਖਸਤ ਕੀਤਾ। ਇਹ ਬਲਕਿ ਇੱਕ ਬਾਵਲਪੁਰ ਦੀ ਤਾਰੀਫ ਇਸ ਗੱਲ ਕਰਨੀ ਚਾਹੀਦੀ ਹੈ। ਬਿਲਕੁਲ। ਔਰ ਇਸ ਤਰ੍ਹਾਂ ਹੀ ਦੇਖੋ ਨਾ, ਇੰਡੀਆ ਦੇ ਵਿੱਚ ਇੱਕ ਸਟੇਟ ਸੀ ਕਪੂਰਥਲਾ। ਕਪੂਰਥਲਾ ਦੇ ਜਿਹੜੇ ਨਵਾਬ ਸਨ, ਮਹਾਰਾਜਾ ਸਨ, ਉਹ ਉਦੋਂ ਮੋਰੋਕੋ ਸਨ। ਕਿਹਾ ਜਾਂਦਾ ਹੈ ਕਿ ਜੋ ਖੁਦ ਹੁੰਦੇ ਤੇ ਕਦੀ ਉੱਥੇ ਵੀ ਨਾ ਹੋਣ ਦਿੰਦੇ, ਉੱਥੇ ਮੈਜੋਰਿਟੀ ਮੁਸਲਮਾਨਾਂ ਦੇ ਸੀ। ਲੇਕਿਨ ਉਹਨਾਂ ਦਾ ਬੇਟਾ ਜਿਹੜਾ ਸੀ ਉਹਨੂੰ ਇਹ ਬਾਕੀ ਅਕਾਲੀ ਸਿੱਖਾਂ ਨੇ ਤੇ ਬਾਕੀਆਂ ਨੇ, ਮਾਸਟਰ ਤਾਰਾ ਸਿੰਘ ਹੋਰਾਂ ਨੇ ਮਿਲਾ ਲਿਆ ਨਾਲ, ਔਰ ਉਹਦੇ ਬਾਅਦ ਉੱਥੋਂ ਦੇ ਮੁਸਲਮਾਨਾਂ ਤੇ ਅਟੈਕ ਹੋਇਆ। ਲਿਹਾਜ਼ਾ ਕਿਉਂਕਿ ਪ੍ਰਿੰਸਲੀ ਸਟੇਟਸ ਵਿੱਚ ਬਹੁਤ ਉਧਰ ਹੋਏ ਅਟੈਕ, ਤਦ ਦੇਖੋ ਜੀ ਹਕੂਮਤ ਦੇ ਕੰਟਰੋਲ ਵਿੱਚ ਤੇ ਕੁਛ ਨਹੀਂ ਨਾ ਰਹਿੰਦਾ। ਜੇ ਲੋਕਲ ਲੋਕ ਇਨਵੋਲਵ ਹੋ ਜਾਣ, ਔਰ ਪਤਾ ਨਹੀਂ ਕੌਣ ਗੁੰਡੇ ਆਉਂਦੇ ਹੋਣਗੇ, ਕੌਣ ਕਰਵਾਉਂਦਾ ਹੋਏਗਾ। ਲੋਕਲ ਲੈਵਲ ਤੇ ਥਾਣੇਦਾਰ ਵੀ ਤੇ ਕਰਵਾ ਦਿੰਦੇ ਨਾ, ਉੱਤੋਂ ਭਾਵੇਂ ਜਿਹੜਾ ਮਰਜ਼ੀ ਹੁਕਮ ਆਏ। ਲੇਕਿਨ ਬਹਾਵਲਪੁਰ ਇਸ ਤੇ ਇਸ ਤਰ੍ਹਾਂ ਕਤਲੇਆਮ ਨਹੀਂ ਹੋਇਆ। ਲਿਹਾਜ਼ਾ ਮਹਿਲ ਤੁਸੀਂ ਐਗਰੀ ਵੀ ਕਰ ਰਹੇ ਹੋ। ਜੀ ਜੀ, ਮੈਂ ਐਗਰੀ ਕਰ ਰਿਹਾ। ਸ਼ਾਇਦ ਮੈਂ ਉਹ ਸਵਾਲ ਨੂੰ ਖੋਲ ਨਹੀਂ ਪਾਇਆ ਉਸ ਤਰੀਕੇ ਦੇ ਨਾਲ, ਮਗਰ ਉਹਦਾ ਜਵਾਬ ਮੈਂ ਤੁਹਾਨੂੰ ਦਿੱਤਾ। ਜੀ ਜੀ, ਉਹੀ ਹੈ ਕਿ ਜੋ ਤੁਸੀਂ ਦੱਸ ਦਿੱਤਾ ਬਿਲਕੁਲ ਇਸੇ ਤਰ੍ਹਾਂ ਹੀ ਹੈ। ਲੋਕ ਬਿਆਨੀਆਂ ਉੱਥੋਂ ਦਾ ਜਿਨ੍ਹਾਂ ਦੇ ਨਾਲ ਮੈਂ ਮਿਲਾ ਹਾਂ, ਸੇਮ ਹੀ ਹੈ ਜੋ ਤੁਸੀਂ ਦੱਸ ਰਹੇ ਹੋ। ਹੁਣ ਅਸੀਂ ਅੱਗੇ ਚੱਲਦੇ ਹਾਂ। ਇੱਕ ਦਫਾ ਇਹ ਫਸਾਦਾਤ ਸਾਰੇ ਕੰਟਰੋਲ ਹੋ ਜਾਂਦੇ, ਜਿਹੜੇ ਮਾਰਚ ਦੇ ਫਸਾਦਾਤ ਚੱਲ ਰਹੇ ਨੇ। ਅੱਗੇ ਜਿਹੜੇ ਨਵੇਂ ਸਿਰੇ ਤੋਂ ਇਹਨਾਂ ਫਸਾਦਾਤ ਨੂੰ ਹਵਾ ਮਿਲਦੀ ਹੈ, ਉਹ ਕਿੱਥੋਂ ਮਿਲਦੀ ਹੈ? ਹਾਂ, ਉਹ ਇਸ ਤਰ੍ਹਾਂ ਮਿਲਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀ, ਉਹਨੂੰ ਕਹਿੰਦੇ ਨੇ ਅੰਡਰਵਰਲਡ। ਦੋਨੋਂ ਪਾਸੇ ਜਿਹੜੇ ਗੁੰਡਾ ਐਲੀਮੈਂਟ ਸੀ ਨਾ, ਉਹ ਇਨਵੋਲਵ ਹੋ ਗਿਆ ਸੀ। ਠੀਕ ਹੈ। ਔਰ ਨਾਲ ਨਾਲ ਪੁਲਿਸ ਦੀ ਵੀ ਇਨਵੋਲਵਮੈਂਟ ਹੋਏਗੀ। ਮਸਲਨ ਮੈਂ ਇੱਕ ਕਿੱਸਾ ਦਿੱਤਾ ਹੈ ਕਿ ਕੋਈ, ਮੇਰੇ ਦਾ ਨਾਮ ਆਰਥਰ ਸੀ, ਕ੍ਰਿਸਚਨ। ਉਹ ਪਹਿਲੇ ਸਾਰਿਆਂ ਨੂੰ ਮਿਲਦਾ ਹੁੰਦਾ ਸੀ ਆਪਣੇ ਇਲਾਕੇ ਦੇ, ਤੇ ਉਹ ਆਇਆ ਆਪਣੇ ਦੋਸਤਾਂ ਨੂੰ ਮਿਲਣ, ਸ਼ਾਇਦ ਉਧਰ ਹਿੰਦੂ ਸਿੱਖਾਂ ਦੇ ਮਿਲੇ, ਉਹਨੂੰ ਵੀ ਮੁਸਲਮਾਨ ਗੁੰਡਿਆਂ ਨੇ ਮਾਰ ਛੱਡਿਆ। ਹਾਲਾਂਕਿ ਉਹਨੇ ਕਿਹਾ ਮੈਂ ਤੇ ਈਸਾਈ ਹਾਂ। ਇਹ ਕਦੀ ਕਦੀ ਵੀ ਹੋਇਆ। ਅੰਡਰਵਰਲਡ ਜਿਹੜਾ ਉਹ ਜਦੋਂ ਵੀ ਸਟੇਟ ਪਾਵਰ ਵੀਕ ਹੋ ਜਾਏ ਤੇ ਉਹਦਾ ਤੇ ਕੰਮ ਹੀ ਹੁੰਦਾ ਲੁੱਟ ਕਰਨ ਦਾ। ਦੁਨੀਆ 'ਚ ਹਮੇਸ਼ਾ ਹੀ ਇਹ ਹੋਇਆ। ਤੇ ਜਦੋਂ ਅੰਮ੍ਰਿਤਸਰ ਦੇ ਵਿੱਚ ਐਡਮਿਨਿਸਟ੍ਰੇਸ਼ਨ ਵੀ ਕੋਈ ਇਸ ਤਰ੍ਹਾਂ ਇਫੈਕਟਿਵ ਨਾ ਰਹੀ, ਤੇ ਅਪ੍ਰੈਲ ਦੇ ਵਿੱਚ ਦੁਬਾਰਾ ਇਹ ਸ਼ੁਰੂ ਹੋਣੇ ਹੋ ਗਏ ਅਟੈਕ। ਇੱਧਰ ਛੁਰੀ ਮਾਰਤੀ। ਮੁਸਲਮਾਨ ਜ਼ਿਆਦਾਤਰ ਕੀ ਕਹਿੰਦੇ ਨੇ, ਬੰਬ ਬਣਾ ਕੇ ਚਲਾਉਂਦੇ ਸਨ, ਜਾਂ ਉਹਨੂੰ ਕਹਿੰਦੇ ਨੇ ਮੋਲੋਟੋਵ ਕਾਕਟੇਲ, ਇਹੋ ਜਿਹੀ ਚੀਜ਼ਾਂ। ਛੁਰੀ ਦਾ ਬਹੁਤ ਇਸਤੇਮਾਲ ਹੋਇਆ। ਸਿੱਖਾਂ ਦੇ ਕੋਲ ਕਿਰਪਾਨ ਦੇ ਹਰਵਲੇ ਸੀ, ਤੇ ਉਹ ਜਿਹੜਾ ਕਮਜ਼ੋਰ ਆਉਂਦਾ ਗਿਆ ਇਹ ਉੱਥੇ ਹੁੰਦਾ ਰਿਹਾ। ਲਿਹਾਜ਼ਾ ਅੰਮ੍ਰਿਤਸਰ ਵਿੱਚ ਫਿਰ ਮਈ ਦੇ ਵਿੱਚ ਪਿਕਅਪ ਹੋਏ ਅਟੈਕਸ। ਔਰ ਉਦੋਂ ਜਦੋਂ ਹੋਏ ਤੇ ਲਾਰਡ ਮਾਊਂਟਬੈਟਨ ਨੇ ਮਹਾਤਮਾ ਗਾਂਧੀ ਔਰ ਕਾਇਦੇ ਆਜ਼ਮ ਨੂੰ ਮਿਲਾ ਕੇ ਇੱਕ ਬਿਆਨ ਵੀ ਦਵਾਇਆ ਕਿ ਤੁਸੀਂ ਅਮਨ ਨਾਲ ਰਹੋ, ਅਸੀਂ ਫੈਸਲਾ ਪੇ ਕਰਨੇ ਆ ਕਿ ਅਮਨ ਨਾਲ ਇਹ ਸਾਰਾ ਕੁਝ ਹੋ ਜਾਏ। ਕਿਸੇ ਨੇ ਨਹੀਂ ਸੁਣੀ। ਮਈ ਦੇ ਵਿੱਚ ਇਹ ਜਿਹੜਾ ਅੰਮ੍ਰਿਤਸਰ ਵਿੱਚ ਹੋ ਰਿਹਾ ਸੀ, ਇਹ ਲਾਹੌਰ ਚ ਇੰਜ ਹੋਇਆ
ਔਰ ਮੈਂ ਉਸ ਜ਼ਮਾਨੇ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਅਖਬਾਰ ਵਿੱਚ ਉਹ ਕੋਟ ਕੀਤੀ ਹੈ, ਔਰ ਉਹਨਾਂ ਦੀ ਬੇਟੀ ਜਿਹੜੀ ਲੰਡਨ ਵਿੱਚ ਇੰਗਲੈਂਡ ਵਿੱਚ ਰਹਿੰਦੀ ਹੈ, ਉਹਨਾਂ ਨਾਲ ਵੀ ਫਿਰ ਮੈਂ ਕੰਟੈਕਟ ਕੀਤਾ ਇਸ ਨੂੰ ਕਨਫਰਮ ਕਰਨ ਲਈ। ਹਾਂਜੀ, ਅੰਗਰੇਜ਼, ਉਹਦਾ ਬਿਆਨ ਹੈ ਕਿ ਅਸੀਂ ਇੱਥੇ ਦੇਖਿਆ ਕਿ ਲਾਹੌਰ ਦੇ ਅੰਮ੍ਰਿਤਸਰ ਦੇ ਗੁੰਡਿਆਂ ਨੇ ਚੂੜੀਆਂ ਹਿਨਾ ਭੇਜੀ ਹੈ ਤੇ ਚੂੜੀਆਂ ਭੇਜੀਆਂ ਨੇ ਇੱਥੋਂ ਦੇ ਲਾਹੌਰ ਦੇ ਗੁੰਡਿਆਂ ਨੂੰ ਕਿ ਅਸੀਂ ਤੇ ਇੱਥੇ ਵਕਤ ਪਾਇਆ ਤੇ ਤੁਸੀਂ ਕੁਝ ਨਹੀਂ ਕਰ ਰਹੇ ਤੇ ਤੁਸੀਂ ਫਿਰ ਔਰਤਾਂ ਨਾਲ ਚੂੜੀਆਂ ਪਾ ਲਓ। ਦਿਸ ਇਜ਼ ਨਿਊਜ਼ ਫਰੋਮ ਆਈ ਥਿੰਕ ਦ ਟ੍ਰਿਬਿਊਨ, ਔਰ ਬਾਕੀ ਕਿਤਾਬਾਂ 'ਚ ਵੀ ਤੁਹਾਨੂੰ ਮਿਲ ਜਾਏਗਾ ਜਿਹੜਾ ਮੈਂ ਕੋਟ ਕੀਤਾ। ਇਟਸ ਆਲ ਵੈਰੀਫਾਈਬਲ। ਤੇ ਉਹਦੇ ਬਾਅਦ ਫਿਰ ਇਹਨਾਂ ਨੂੰ ਆਇਆ ਕਿ ਯਾਰ ਵਾਕਈ ਅਸੀਂ ਕੁਝ ਨਹੀਂ ਕਰ ਰਹੇ। ਇਹਨਾਂ ਨੇ ਫਿਰ ਮਈ ਦੇ ਵਿੱਚ ਦੁਬਾਰਾ ਅਟੈਕ ਸ਼ੁਰੂ ਕੀਤੇ ਨੇ, ਜਦ ਸਰ ਗੰਗਾ ਰਾਮ ਦੀ ਜਿਹੜੀ ਫੈਮਿਲੀ ਸੀ ਉਸ ਤੇ ਵੀ ਹਮਲਾ ਹੋਇਆ। ਹਾਲਾਂਕਿ ਸਰ ਗੰਗਾ ਰਾਮ ਦਾ ਕਿੰਨੇ ਕਰਮ ਨੇ ਲਾਹੌਰ ਤੇ ਪੰਜਾਬ ਤੇ। ਉਹਨਾਂ ਦੀ ਗ੍ਰੈਂਡ ਡਾਟਰ ਨੂੰ ਮੈਂ ਜਾ ਕੇ, ਜਿੱਥੇ ਉਹ ਇੰਗਲੈਂਡ ਵਿੱਚ ਰਹਿੰਦੇ ਨੇ, ਉਹਨਾਂ ਦਾ ਇੰਟਰਵਿਊ ਕੀਤਾ। ਉਹਨਾਂ ਨੇ ਆਂਸੂਆਂ ਦੇ ਨਾਲ ਮੈਨੂੰ ਪੂਰੀ ਸਟੋਰੀ ਦੱਸੀ ਹੋਈ ਹੈ ਕਿ ਮਈ 'ਚ ਸਾਨੂੰ ਕਦੋਂ ਫਿਰ ਭੱਜਣਾ ਪਿਆ। ਉਹਦੇ ਬਾਅਦ ਇਹ ਹੋਇਆ ਕਿ ਜਦੋਂ ਪੁਲਿਸ, ਤੁਹਾਨੂੰ ਪਤਾ 73% ਪੁਲਿਸ ਇੱਥੋਂ ਦੀ ਮੁਸਲਮਾਨ ਸੀ ਪੰਜਾਬ ਦੀ, ਜਦ ਐਡਮਿਨਿਸਟ੍ਰੇਟਿਵ ਫੋਰਸਿਸ ਵੀ ਇਨਵੋਲਵ ਹੋ ਜਾਣ ਤੇ ਇੱਕ ਬ੍ਰਿਟਿਸ਼ ਗਵਰਨਰ ਸਿਰਫ ਆਪਣੀ ਫੌਜ ਜਿਹੜੀ ਉਹਦੇ ਕੋਲ ਸੀ ਉਹਦੇ ਜ਼ਰੀਏ ਹੀ ਕੰਟਰੋਲ ਰੱਖ ਸਕਦਾ ਹੈ ਨਾ, ਉਹਨੇ ਕੋਸ਼ਿਸ਼ ਵੀ ਕੀਤੀ ਲੇਕਿਨ ਆਊਟ ਆਫ ਕੰਟਰੋਲ ਹੋ ਚੁੱਕਿਆ ਸੀ ਪੰਜਾਬ। ਫਿਰ ਇਹ ਦੁਬਾਰਾ ਮਈ ਦੇ ਵਿੱਚ ਵਧਿਆ ਤੇ ਜੂਨ ਦੇ ਵਿੱਚ ਵੱਧਦੇ ਇਹ ਐਕਸਟ੍ਰੀਮ ਤੇ ਚਲਾ ਗਿਆ। ਔਰ ਮੈਂ ਗਵਰਨਰ ਦੀਆਂ ਜਿਹੜੀਆਂ ਟੈਲੀਗ੍ਰਾਮ ਸੇ ਨਾ 13 ਔਰ 14 ਅਗਸਤ ਨੂੰ, ਮਤਲਬ ਇਹ ਵੀ ਗੱਲ ਦੱਸ ਦਈਏ ਕਿ ਪਾਕਿਸਤਾਨ ਨੇ ਇੰਡੀਪੈਂਡੈਂਸ ਤੇ 14 ਅਗਸਤ ਨੂੰ ਮਨਾ ਲਈ ਸੀ, ਲੇਕਿਨ ਹਲੇ ਤੱਕ 14 ਦੀ ਰਾਤ ਤੱਕ ਪੰਜਾਬ ਦੇ ਗਵਰਨਰ ਸਰ ਐਵਨ ਜੈਂਕਿੰਸਨ ਤੇ ਐਕਚੁਅਲੀ ਪਾਕਿਸਤਾਨ ਕੇਮ ਇਨਟੂ ਬੀਇੰਗ ਔਨ ਦ 15th ਆਫ ਅਗਸਟ। ਤੇ ਉਹਨਾਂ ਦੀ 10:30 ਦੀ ਜਿਹੜੀ ਲਾਸਟ ਹੈਗੀ ਹੈ ਨਾ ਈਮੇਲ ਜਿਹੜੀ ਮੈਂ ਕੋਟ ਕੀਤੀ, ਉਹ ਇਹ ਵੇ ਕਿ ਦ ਸਿਚੁਏਸ਼ਨ ਇਜ਼ ਆਊਟ ਆਫ ਕੰਟਰੋਲ। ਔਰ ਇਹ ਹੁਣ ਇੰਡੀਆ ਔਰ ਜਿਹੜੀ ਨਈ ਐਡਮਿਨਿਸਟ੍ਰੇਸ਼ਨਸ ਆਈਆਂ ਨੇ ਉਹਨਾਂ ਦੇ ਵਾਸਤੇ 'ਚ, ਮੇਰੇ ਵਾਸਤੇ ਕੁਝ ਨਹੀਂ। ਉਹਨੇ ਕਿਹਾ ਕਿ ਮੇਰੇ ਦਫ਼ਤਰ ਤੋਂ ਬਾਹਰ ਮੇਰੀ ਗੱਲ ਕੋਈ ਨਹੀਂ ਮੰਨ ਰਿਹਾ। ਸੋ ਆਈ ਹੈਵ ਕੋਟਡ ਆਲ ਦੋਜ਼ ਡਿਟੇਲਸ। ਔਰ ਉਹਨੇ ਕਿਹਾ ਕਿ ਮੁਸਲਮਾਨਾਂ ਨੂੰ ਜਾਂ ਮੁਸਲਿਮ ਲੀਗ ਨੂੰ ਬੜੀ ਵੱਡੀ ਗਲਤਫਹਿਮੀ ਸੀ ਕਿ ਅਸੀਂ ਜੋ ਚਾਹੀਏ ਕਰ ਲਾਂਗੇ, ਔਰ ਅਸੀਂ ਲਿਖਦੇ ਰਹੇ ਹਾਂ ਕਿ ਸਿੱਖਾਂ ਨੇ ਕਦੀ ਨਹੀਂ ਹੋਣ ਦੇਣਾ। ਔਰ ਹੁਣ ਦੇਖੋ ਈਸਟ ਪੰਜਾਬ ਤੋਂ ਉਹਨੇ ਕਿਹਾ ਕਿ 12 ਜੁਲਾਈ ਤੇ ਸ਼ੁਰੂ ਹੋ ਗਿਆ ਸੀ ਅਟੈਕ ਮੁਸਲਮਾਨਾਂ ਤੇ ਈਸਟ ਪੰਜਾਬ ਵਿੱਚ, ਵਰਨਾ ਪਹਿਲੇ ਸਾਰੇ ਸਾਡੇ ਵਾਲੇ ਹੁੰਦੇ ਰਹੇ ਨੇ ਸਵਾਏ ਜਲੰਧਰ ਦੇ। ਜਲੰਧਰ ਵਿੱਚ ਮਾਰਚ ਵਿੱਚ ਹੋਇਆ ਸੀ ਲੇਕਿਨ ਉੱਥੇ ਵੀ ਇਕੁਅਲੀ ਹੋਇਆ ਸੀ। ਬਾਕੀ ਈਸਟ ਪੰਜਾਬ ਵਾਸ ਕੁਆਇਟ। ਉਹ ਤੇ ਫਿਰ ਇੱਥੋਂ ਜਦੋਂ 500,000 ਹਿੰਦੂ ਸਿੱਖ ਚਲੇ ਗਏ ਸਨ, ਉਹਨਾਂ ਨੇ ਜਾ ਕੇ ਆਪਣਾ ਵਾਹ-ਵੇਲਾ ਦੱਸਿਆ। ਉੱਥੇ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਬਣਾਈਆਂ ਔਰ ਸਿੱਖਾਂ ਨੇ ਔਰ ਹਿੰਦੂਆਂ ਨੇ ਕਿਹਾ ਅਸੀਂ ਬਦਲਾ ਲਾਂਗੇ। ਤੇ ਜੁਲਾਈ ਤੋਂ ਫਿਰ ਉਹ ਬਦਲਾ ਲੈਣ ਦਾ ਸ਼ੁਰੂ ਹੋਇਆ। ਔਰ ਅਗਸਤ 12 ਨੂੰ ਸਰ ਐਵਨ ਜੈਂਕਿੰਸ ਲਿਖਦਾ ਹੈ ਕਿ ਫॉर द ਫਰਸਟ ਟਾਈਮ a massive Muslim population is crossing into Lahore। ਵਰਨਾ ਸਾਡੇ ਵਾਲੇ ਪਾਸੇ ਤੋਂ ਤਾਂ ਮਾਰਚ ਤੋਂ ਬਾਅਦ 500,000 ਹਿੰਦੂ ਸਿੱਖ ਚਲੇ ਗਏ ਹੋਏ ਸਨ, ਕਿਉਂਕਿ ਇੱਥੇ ਹਮਲੇ ਪਹਿਲੇ ਸ਼ੁਰੂ ਹੋ ਗਏ ਸਨ। ਸਮਝ ਗਏ ਤੁਸੀਂ? ਅੱਛਾ, ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਨਵੀਂ ਗੱਲ ਤੁਸੀਂ ਦੱਸੀ ਹੈ। ਜਿਹੜੇ ਬਹੁਤ ਸਾਰੇ ਸਾਡੇ ਸੁਣਨ ਵਾਲੇ ਨਹੀਂ ਪਤਾ ਹੋਏਗਾ, ਉਹਨਾਂ ਦਾ ਤੇ ਸਿਰਫ ਇਹੀ ਸਮਝਦੇ ਨੇ ਕਿ ਪਾਰਟੀਸ਼ਨ ਲੋਕਾਂ ਦਾ ਇੱਧਰ ਆਣਾ ਜਾਣਾ ਸਿਰਫ ਅਗਸਤ ਵਿੱਚ ਹੋਇਆ। ਇਹ ਅਗਸਤ ਤੋਂ ਪਹਿਲੇ ਹੀ ਸਟਾਰਟ ਹੋ ਚੁੱਕਾ ਸੀ। ਓ ਯੈਸ, 45 ਤੋਂ ਲੋਕਾਂ ਨੇ ਉੱਥੇ ਦੁਕਾਨਾਂ ਵੇਚ ਕੇ ਜਾਣਾ ਸ਼ੁਰੂ ਕਰਤਾ ਸੀ ਜਦੋਂ ਇਲੈਕਸ਼ਨ ਕੈਂਪੇਨ ਹੋਈ ਹੈ। ਦੇਖੋ ਨਾ, ਜੇ ਤੁਸੀਂ ਕੋਈ ਹਿੰਦੂ ਹੋਵੋ ਤੇ ਦੂਰ ਦਰਾਜ਼ ਦੇ ਤੁਸੀਂ ਸਰਗੋਧੇ ਦੇ ਕਿਸੇ ਪਿੰਡ 'ਚ ਬੈਠੇ ਹੋ ਇਕੱਲੇ ਦੁਕਾਨ ਲਾ ਕੇ, ਤੇ ਰੋਜ਼ ਖਬਰਾਂ ਆ ਰਹੀਆਂ ਹੋਣ ਕਿ ਪਾਕਿस्तान का नारा क्या, ला इलाहा इल्लल्लाह, और ਕਿ ਕਮਿਊਨਲ ਆਰਗੂਮੈਂਟਸ ਦਿੱਤੀਆਂ ਜਾਣ ਤੇ ਘਬਰਾ ਜਾਂਦੇ ਨੇ ਲੋਕ। ਲੋਕਾਂ ਨੇ ਕੀ ਕੀਤਾ, ਪਹਿਲੇ ਆਪਣੇ ਬੱਚੇ ਬੀਵੀ ਭੇਜ ਛੱਡੇ, ਕੁਝ ਲੋਕ ਬੈਠੇ ਵੀ ਰਹੇ। ਫਿਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਾਇਲੈਂਸ ਵੱਧਦੀ ਗਈ, ਜਿਹੜੇ ਕਮਜ਼ੋਰ ਫੇਲ ਕਰਦੇ ਸਨ ਉਹਨਾਂ ਨੂੰ ਵੇਚ ਕੇ ਫਿਰ ਦੁਕਾਨਾਂ ਵੀ ਤੇ ਉਹ ਚਲੇ ਗਏ। ਲਾਹੌਰ ਦੇ ਵਿੱਚ ਫਿਰ ਵੀ ਕੁਝ ਹਿੰਦੂ ਸਿੱਖ ਰਹਿ ਗਏ, ਔਰ ਉਹਦੀ ਵਜ੍ਹਾ ਇਹ ਸੀ ਕਿ ਕਾਂਗਰਸ ਨੇ ਕਿਹਾ ਹੋਇਆ ਸੀ ਕਿ ਤੁਸੀਂ ਬਿਲਕੁਲ ਨਹੀਂ ਛੱਡਣਾ। ਇਹ ਵੀ ਖਿਆਲ ਸੀ ਕਿ ਲਾਹੌਰ ਸ਼ਾਇਦ ਇੰਡੀਆ ਨੂੰ ਮਿਲੇਗਾ। ਉਹ ਇੱਕ ਨਿਆ ਹੈ ਕਿ
ਬਾਉਂਡਰੀ ਕਮਿਸ਼ਨ ਕੀ ਹੈ, ਉਸ ਤੇ ਤੁਸੀਂ ਇੱਕ ਹੋਰ ਮੇਰੇ ਨਾਲ ਸਿਟਿੰਗ ਰੱਖਣਾ। ਲੇਕਿਨ ਕਈ ਇਹਦੇ ਪਹਿਲੂ ਨੇ ਨਾ, ਪੰਜਾਬ ਵਿੱਚ ਕੀ ਹੋਇਆ ਔਰ ਕੈਸੇ ਹੋਇਆ ਔਰ ਕਿਉਂ ਹੋਇਆ, ਇਹ ਸਵਾਲ ਹੋ ਰਹੇ ਨੇ ਨਾ। ਜੀ ਬਿਲਕੁਲ। ਤੇ ਉਹਨਾਂ ਨੇ ਜਾਣਾ ਸ਼ੁਰੂ ਕਰਤਾ 500,000 ਹਿੰਦੂਜ਼ ਐਂਡ ਸਿੱਖਸ from 1945, but definitely from March 1947 started going to India. ਖੁਦ ਨਹੀਂ ਸਨ ਜਾਂਦੇ ਤੇ ਬੱਚੇ ਬੀਵੀ ਬੱਚੇ ਭੇਜ ਦਿੰਦੇ ਸਨ, ਆਪਣੇ ਵੱਡੇ ਭੇਜ ਦਿੰਦੇ ਸਨ। ਲੇਕਿਨ 4.5 ਮਿਲੀਅਨ ਹਲੇ ਵੀ ਸ਼ਾਇਦ ਇੱਥੇ ਹੀ ਸਨ, ਜਾਂ ਕਮ ਸੇ ਕਮ 4 ਮਿਲੀਅਨ ਹੈਗੇ ਸਨ, ਕਿਉਂਕਿ ਆਪਣੇ ਘਰ ਛੱਡ ਕੇ ਜਾਣਾ। ਇਰਦ ਗਿਰਦ ਮੁਸਲਮਾਨਾਂ ਦੇ ਦੋਸਤ ਵੀ ਤੇ ਹੈਗੇ ਸਨ ਨਾ, ਸਭ ਨੇ ਤੇ ਅਟੈਕ ਨਹੀਂ ਕੀਤਾ, ਤੇ ਸਭ ਦਾ ਖਿਆਲ ਸੀ ਕਿ ਅਮਨ ਸ਼ਾਇਦ ਹੋ ਜਾਏਗਾ 2-3 ਹਫ਼ਤਿਆਂ ਦੇ ਬਾਅਦ ਜਾਂ ਮਹੀਨਿਆਂ ਦੇ ਬਾਅਦ, ਤੇ ਫਿਰ ਲੋਕ ਵਾਪਸ ਆ ਜਾਣਗੇ। ਇਹ ਵੀ ਦੋਨੋਂ ਪਾਸੇ ਸੋਚ ਸੀ। ਅੱਗੇ ਵਧਣ ਰਹਿੰਦੇ ਨਾ ਆਪਣੇ ਘਰਾਂ 'ਚ ਇਸ ਤਰ੍ਹਾਂ। ਬਿਲਕੁਲ, ਅੱਗੇ ਵਧਣ ਤੋਂ ਪਹਿਲੇ ਅਸੀਂ ਇੱਕ ਹੋਰ ਜਿਹੜਾ ਸਵਾਲ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਜੀ, ਕਿ ਤੁਹਾਡਾ ਕੰਮ ਪਾਰਟੀਸ਼ਨ ਤੇ ਪੰਜਾਬ ਦੇ ਬਟਵਾਰੇ ਤੇ ਬਹੁਤ ਬਿਹਤਰ ਹੈ, ਦੂਸਰੇ ਐਂਡ ਤੇ ਤੁਹਾਡਾ ਕੰਮ ਜਿਨ੍ਹਾਂ ਦੀ ਲਾਈਫ ਤੇ ਬਹੁਤ ਬਿਹਤਰ ਹੈ। ਸੋ ਤੁਹਾਡੇ ਤੋਂ ਇਹ ਸਵਾਲ ਕਰਨਾ ਔਰ ਸਾਨੂੰ ਬਹੁਤ ਸਮਝਣ ਦੇ ਵਿੱਚ ਇਹ ਆਸਾਨੀ ਹੋਏਗੀ, ਖੁੱਲ ਕੇ ਜਵਾਬ ਤੁਸੀਂ ਦਿਓਗੇ ਕਿ ਕਿਆ ਜਿਨ੍ਹਾਂ ਨੇ ਇੱਕ ਸਿੰਸੀਅਰ ਐਫਰਟ ਕੀਤੀ ਸੀ ਕਿ ਪੰਜਾਬ ਨੂੰ ਨਾ ਵੰਡਿਆ ਜਾਵੇ, ਪੂਰਾ ਪੰਜਾਬ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆ ਜਾਵੇ, ਜਾਂ ਕਿ ਐਵੇਂ ਇਹ ਸਾਡੀ ਸਟੇਟ ਦੇ ਜਿਹੜੇ ਦਾਨਸ਼ਵਰ ਹਨ ਇਹ ਸਿਰਫ ਉਹ ਲਿਖਦੇ ਨੇ? ਇਹ ਦਾਨਸ਼ਵਰਾਂ ਦੀ ਮੈਂ ਆਪਣਾ ਜਿਹੜਾ ਦਾਨਸ਼ਵਰ ਹੈ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਦਾ ਪੁਆਇੰਟ ਆਫ ਵਿਊ ਹੈ, ਦੇ ਆਰ ਵੈਲਕਮ ਟੂ ਹੋਲਡ ਦੈਟ। ਮੇਰਾ ਐਵੀਡੈਂਸ ਜਿਹੜਾ ਉਹਨੂੰ ਪਹਿਲੇ ਕੁਐਸਚਨ ਕਰਨ, ਫਿਰ ਮੈਂ ਕਿਸੇ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ। ਐਵੀਡੈਂਸ ਕੀ ਹੈ? ਮਾਰਚ ਵਿੱਚ ਜਦੋਂ ਰਾਵਲਪਿੰਡੀ ਦੇ ਪਿੰਡਾਂ ਦੇ ਘੇਰੇ ਪਾ ਕੇ ਤੇ ਤੁਸੀਂ official figure 2004-8 ਸਿੱਖ ਕਹਿੰਦੇ ਨੇ 10,000, ਮੇਰੇ ਖਿਆਲ ਨਾਲ 5 to 7,000 ਸਿੱਖ ਤੁਸੀਂ ਮਾਰ ਦਿੰਦੇ ਹੋ। ਜਦੋਂ ਇਹ ਹੋ ਰਿਹਾ ਸੀ ਉਹਨਾਂ ਦਿਨਾਂ 'ਚ, ਮੈਨੂੰ ਕੋਈ ਇੱਕ ਬੰਦਾ ਦਿਖਾਏ ਕਿ ਕਾਇਦੇ ਆਜ਼ਮ ਦਾ ਕੋਈ ਪਬਲਿਕ ਸਟੇਟਮੈਂਟ ਹੋਵੇ ਕਿ ਇਹ ਗਲਤ ਹੋ ਰਿਹਾ ਹੈ ਔਰ ਪਾਕਿਸਤਾਨ ਬਣਨ ਦੇ ਬਾਅਦ ਅਸੀਂ ਸਿੱਖਾਂ ਨਾਲ ਇੰਜ ਨਹੀਂ ਹੋਣ ਦਿਆਂਗੇ। ਓਕੇ, ਠੀਕ। ਉਹਦੇ ਬਾਅਦ ਲੀਡਰ ਹੈ ਨਵਾਬਜ਼ਾਦਾ ਲਿਆਕਤ ਅਲੀ ਖਾਨ, ਉਹ ਵਾਸ ਜਨਰਲ ਸੈਕਟਰੀ ਆਫ ਦ ਮੁਸਲਿਮ ਲੀਗ, ਆਫੀਸ਼ੀਅਲ ਦੀ ਗੱਲ ਕਰ ਰਿਹਾ ਨਾ। ਉਹਦੇ ਬਾਅਦ ਹੈ ਨਵਾਬ ਇਫਤਖਾਰ ਹੁਸੈਨ ਮਮਡੋਟ, ਪ੍ਰੈਜ਼ੀਡੈਂਟ ਆਫ ਪੰਜਾਬ ਮੁਸਲਿਮ ਲੀਗ। ਉਹਦੇ ਤਾਂ ਫਿਰ ਇੰਟੈਲੈਕਚੁਅਲਸ ਆ ਜਾਂਦੇ ਨੇ, ਮੀਆਂ ਮੁਮਤਾਜ਼ ਦੌਲਤਾਨਾ ਐਂਡ ਅਦਰਸ। ਇਹਨਾਂ ਵਿੱਚੋਂ ਕਿਸੇ ਇੱਕ ਦਾ ਬਿਆਨ ਦਿਖਾ ਦੇਣ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੋਇਆ ਜ਼ੁਲਮ ਹੋਇਆ, ਅਸੀਂ ਇਹ ਨਹੀਂ ਹੋਣ ਦਿਆਂਗੇ। ਉਦੋਂ ਦੇ ਰਹੇ ਨੇ ਚੁੱਪ। ਹਾਂ, ਇੱਕ ਮੈਨੂੰ ਪਤਾ ਹੈ ਕਿਹੜੀ ਗੱਲ ਹੈ ਕਰਨਗੇ, ਉਹਦਾ ਵੀ ਮੈਂ ਜਵਾਬ ਦੇ ਦਿਆਂ। ਜਸਟਿਸ ਮੁਨੀਰ ਦੀ ਕਿਤਾਬ ਹੈ ਫਰੋਮ ਜਿਨਾ ਟੂ ਜ਼ਿਆ, ਉਹ ਵੈਨਗਾਰਡ ਪਬਲੀਕੇਸ਼ਨ ਨੇ ਛਾਪੀ ਸੀ। ਉਹਦਾ ਪੇਜ 17 ਪੜ੍ਹ ਲੈਣ, ਉਹਦੇ ਜਿੰਨੇ ਵੀ ਐਡੀਸ਼ਨ ਨੇ 17 ਪੇਜ ਤੇ ਲਿਖਿਆ ਹੋਇਆ। ਉਹ ਕਹਿੰਦਾ ਹੈ ਕਿ ਇਨ ਰਾਵਲਪਿੰਡੀ the Muslims were the aggressors. This is what Justice Munir writes, ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਫਸਾਦ ਹੋਏ ਨੇ, Muslims were the aggressors. And remember, Justice Munir ਜਿਹੜੇ ਨੇ ਉਹ ਮੁਸਲਿਮ ਲੀਗ ਵੱਲੋਂ ਨੋਮੀਨੇਟ ਹੋਏ ਸਨ ਇਹਦੇ 'ਚ ਪੰਜਾਬ ਬਾਉਂਡਰੀ ਕਮਿਸ਼ਨ ਨਾਲ। ਸਮਝ ਗਏ ਨਾ, ਮੁਸਲਿਮ ਲੀਗ ਨੂੰ ਰਿਪਰੈਜ਼ੈਂਟ ਕਰਨ ਲਈ। ਤੇ ਕੋਈ ਆਮ ਆਦਮੀ ਨਹੀਂ ਹੈ। ਬਾਅਦ ਵਿੱਚ ਪਾਕਿਸਤਾਨ ਦੇ ਪੰਜਾਬ ਦੇ ਉਹਦੇ ਬਾਅਦ ਲਾਹੌਰ ਦੇ ਚੀਫ ਜਸਟਿਸ ਵੀ ਬਣੇ। And he was nominated by Jinnah to the Punjab Boundary Commission to represent the ਉਹਦੇ 'ਚ 4 ਜੱਜ ਵੀ ਸਨ, ਜਿਹੜੇ ਇੱਕ ਤੇ ਸਨ ਨਾ ਵਕੀਲ ਸਾਡੇ ਵੱਲੋਂ ਸਰ ਜ਼ਫਰੁੱਲਾ ਸਨ, ਉਹਨਾਂ ਵੱਲੋਂ ਹਰਨੈਕ ਸਿੰਘ ਫॉर the ਸਿੱਖਸ ਔਰ ਸੇਤਲਵਾਦ ਫॉर ਕਾਂਗਰਸ ਸਨ। ਠੀਕ ਹੈ। ਉਹਦੇ ਬਾਅਦ ਕਾਦੀਆਨੀਆਂ ਦੇ ਆਪਣੇ ਸਨ, ਸ਼ਡਿਊਲ ਕਾਸਟ ਦੇ ਆਪਣੇ ਸਨ, ਕ੍ਰਿਸਚਨ ਦੇ ਆਪਣੇ ਸਨ। ਕਈਆਂ ਨੇ ਉੱਥੇ ਜਾ ਕੇ ਆਪਣਾ ਪੁਆਇੰਟ ਆਫ ਵਿਊ ਦਿੱਤਾ ਹੈ ਪੰਜਾਬ ਬਾਉਂਡਰੀ ਕਮਿਸ਼ਨ ਦੇ ਅੱਗੇ। ਠੀਕ ਹੈ। ਮੈਂ ਕਹਿ ਰਿਹਾ ਜਸਟਿਸ ਮੁਨੀਰ ਹਿਮਸੈਲਫ ਐਡਮਿਟਸ that in Rawalpindi Muslims were the aggressors. ਲੇਕਿਨ ਉਹ ਨਾਲ ਲਿਖਦੇ ਨੇ ਕਿ ਮੈਨੂੰ ਫੋਨ ਆਇਆ ਕਾਇਦੇ ਆਜ਼ਮ ਦਾ ਕਿ ਤੁਸੀਂ ਜਾਓ ਉੱਥੇ ਔਰ ਜਾ ਕੇ ਉਹਨਾਂ ਨੂੰ ਕਹੋ ਕਿ when I am in saddle, this is I'm quoting Jinnah, nothing of the sort will happen, ਕਿ ਜਦੋਂ ਮੈਂ ਹਕੂਮਤ ਵਿੱਚ ਹੋਵਾਂਗਾ ਤੇ ਅਸੀਂ ਇਹ ਕੋਈ ਐਸੀ ਚੀਜ਼ ਨਹੀਂ ਹੋਣ ਦਿਆਂਗੇ। ਮੈਂ ਨਹੀਂ ਕੁਐਸਚਨ ਕਰਦਾ ਕਿ ਜਸਟਿਸ ਮੁਨੀਰ ਨੂੰ ਇਹ ਫੋਨ ਆਇਆ ਸੀ ਜਾਂ ਨਹੀਂ।
ਕਿਉਂਕਿ ਉਹਨਾਂ ਨੇ ਤਾਂ ਮੰਨਿਆ ਹੈ ਨਾ ਕਿ ਮੁਸਲਮਾਨਾਂ ਨੇ ਐਗਰੈਸ਼ਨ ਕੀਤੀ ਹੈ। ਇਹ ਤੇ ਬਹੁਤ ਵੱਡੀ ਗੱਲ ਹੈ, ਲੇਕਿਨ ਕਿਧਰੀ ਕੋਈ ਐਵੀਡੈਂਸ ਨਹੀਂ ਹੈਗਾ ਕਿ ਜਸਟਿਸ ਮੁਨੀਰ ਨੇ ਜਾ ਕੇ ਮਮਡੋਟ ਨੂੰ ਕਿਹਾ ਹੋਏ ਜਾਂ ਦੌਲਤਾਨਾ ਨੂੰ ਕਿਹਾ ਹੋਏ ਜਾਂ ਖੁਦ ਗਏ ਹੋਣ ਔਰ ਸਿੱਖਾਂ ਨਾਲ ਗੱਲ ਕੀਤੀ ਹੋਏ। ਸੋ ਇਫ ਜਿਨਾਹ ਕਾਲਡ, he never issued a public statement ਦਿੰਦੇ ਨਾ ਅਖਬਾਰ ਦੇ ਵਿੱਚ, ਉਹ ਤੇ ਕੋਈ ਨਹੀਂ ਹੈਗੀ। ਪਬਲਿਕ ਸਟੇਟਮੈਂਟ ਹੈਗੀ ਹੈ 15 ਅਪ੍ਰੈਲ 1947 ਦੀ, ਜਦੋਂ ਪੂਰਾ ਇਹ ਕੰਮ ਹੋ ਗਿਆ ਹੋਇਆ ਸੀ, ਔਰ ਉਹ ਗਾਂਧੀ ਔਰ ਜਿਨ੍ਹਾਂ ਕੋਲੋਂ ਦਵਾਈ ਗਈ ਹੈ ਮਾਊਂਟਬੈਟਨ ਦੇ ਪ੍ਰੈਸ਼ਰ ਦੇ ਤਹਿਤ। ਉਸ ਤੇ ਵੀ ਝਗੜਾ ਸੀ ਕਿ ਗਾਂਧੀ ਵਾਂਟਡ ਕਿ ਜਿਹੜਾ ਪ੍ਰੈਜ਼ੀਡੈਂਟ ਸੀ ਕਾਂਗਰਸ ਦਾ ਕਿਰਪਲਾਨੀ, ਉਹ ਔਰ ਜਿਨ੍ਹਾਂ ਉਸ ਨੂੰ ਸਾਈਨ ਕਰਨ। ਜਿਨ੍ਹਾਂ ਨੇ ਕਿਹਾ ਮੈਂ ਕਿਰਪਲਾਨੀ ਨੂੰ ਮੰਨਦਾ ਹੀ ਨਹੀਂ, ਗਾਂਧੀ ਕਰੇਗਾ ਤਾਂ ਮੈਂ ਕਰਾਂਗਾ। 2 ਦਿਨ ਉਹਦੇ 'ਚ ਵੀ ਲੱਗ ਗਏ ਝਗੜੇ 'ਚ ਕਿ who will sign that petition. But this is 15th April 1947. What I'm telling you happened from the 5th of August till the 13th of August. Sorry, yaar, let me take back. 6th of March to 13th of March 1947. 14 ਤੱਕ ਤੇ ਪੁਲਿਸ ਆਰਮੀ ਉਰਮੀ ਆਣੀ ਸ਼ੁਰੂ ਹੋ ਗਈ ਸੀ, ਤੇ ਲਿਹਾਜ਼ਾ ਇਹ ਕੀ ਗੱਲ ਹੋਈ। ਉਹਦੇ ਬਾਅਦ ਹੈ ਹਾਂ ਨੈਕਸਟ ਵੀ ਕਮ, that is May 14, 15, 16 1947, ਔਰ ਉਹਦੇ ਵਿੱਚ ਮਾਊਂਟਬੈਟਨ ਦਾ ਐਫਰਟ ਹੈਗਾ। ਇਹ ਵੀ ਅੰਡਰਲਾਈਨ ਕੀਤਾ, ਉਹਨੇ ਅਰੇਂਜ ਕੀਤਾ ਮੁਹੰਮਦ ਅਲੀ ਜਿਨਾਹ ਔਰ ਲਿਆਕਤ ਅਲੀ ਫਰੋਮ ਦ ਮੁਸਲਿਮ ਲੀਗ, ਨਵਾਬ ਮਹਾਰਾਜਾ ਪਟਿਆਲਾ ਔਰ ਸਿੱਖਾਂ ਦੇ 3-4 ਲੀਡਰ, ਇਹਨਾਂ ਨੂੰ ਕੋਈ 2-3 ਦਿਨ ਉਹ ਰਾਵਲਪਿੰਡੀ ਨਿਊ ਦਿੱਲੀ 'ਚ ਬੁਲਾ ਕੇ ਤੇ ਇਹਨਾਂ ਦੀ ਨੈਗੋਸ਼ੀਏਸ਼ਨਸ ਹੋਈਆਂ, ਜਿਹਦੇ ਵਿੱਚ ਜਿਨ੍ਹਾਂ ਸਾਹਿਬ ਨੇ ਉਹਨਾਂ ਨੂੰ ਕਿਹਾ ਔਰ ਮਿਸਾਲ ਦਿੱਤੀ ਕਿ ਈਜਿਪਟ ਦੇ ਵਿੱਚ ਜਿਹੜੇ ਉਦੋਂ ਦੇ ਮੁਸਲਿਮ ਲੀਡਰ ਸਨ, ਉਹਨਾਂ ਨੇ ਜਿਹੜੇ ਉੱਥੋਂ ਦੇ 10% ਇਜਿਪਸ਼ੀਅਨ ਕ੍ਰਿਸਚਨਸ ਨੇ ਨਾ, ਉਹਨਾਂ ਨੂੰ ਕੋਪਟਿਕਸ ਨੂੰ ਕਿਹਾ ਸੀ ਕਿ ਜੋ ਤੁਹਾਡੀ ਪ੍ਰੋਟੈਕਸ਼ਨ ਚਾਹੁੰਦੇ ਹੋ ਉਹ ਤੁਸੀਂ ਲਿਖ ਕੇ ਲੈ ਆਓ, ਮੈਂ ਅੱਖਾਂ ਬੰਦ ਕਰਕੇ ਨਾ ਰੁਮਾਲ ਬੰਦ ਕੇ ਤੇ ਸਾਈਨ ਕਰ ਦਿਆਂਗਾ, ਸੋ ਆਈ ਵਿਲ ਪ੍ਰੋਮਿਸ ਐਵਰੀਥਿੰਗ। ਤੇ ਉਹਨਾਂ ਨੇ ਕਿਹਾ ਸਿੱਖਾਂ ਨੂੰ, ਲੀਡਰਸ ਨੂੰ, ਕਿ ਤੁਸੀਂ ਜੋ ਚਾਹੋ ਤੁਸੀਂ ਮੈਨੂੰ ਡਿਮਾਂਡ ਕਰੋ ਤੇ ਆਈ ਵਿਲ ਸਾਈਨ ਅੰਡਰ ਇਟ। ਠੀਕ ਹੈ। ਸਿੱਖਾਂ ਦਾ ਜਿਹੜਾ ਸਪੋਕਸਮੈਨ ਸੀ ਹਰਦੀਪ ਸਿੰਘ ਮਲਿਕ, ਉਹਨੇ ਕਿਹਾ ਕਿ ਦਿਸ ਮੁਸਲਿਮ ਲੀਡਰ ਵਾਸ ਆਫਰਿੰਗ ਐਵਰੀਥਿੰਗ ਬਟ ਵੀ ਹੈਡ ਆਲਰੇਡੀ ਗੋਨ ਵਿਦ ਦ ਅੰਡਰਸਟੈਂਡਿੰਗ ਕਿ ਅਸੀਂ ਪਾਕਿਸਤਾਨ ਦਾ ਹਿੱਸਾ ਨਹੀਂ ਬਣਨਾ। ਉਹਦੇ ਪਿੱਛੇ ਮਾਰਚ ਦੇ ਰਾਈਟਸ ਹੋ ਚੁੱਕੇ ਸਨ ਨਾ। ਤਾਂ ਉਹਨੇ ਕਿਹਾ ਕਿ ਵੀ ਡਿਡਨਟ ਨੋ ਵਾਟ ਟੂ ਸੇ। ਤੇ ਉਹਨਾਂ ਨੇ ਕਿਹਾ ਕਿ ਫਿਰ ਮੈਂ ਹਿੰਮਤ ਕਰਕੇ ਕਿਹਾ ਕਿ ਮਿਸਟਰ ਜਿਨਾਹ ਸਰ, you are promising everything but when the time comes to implement, जब इन पे अमल होने की बात आएगी और खुदा ना खास्ता आप नहीं होंगे and you are not there, what will happen? ये किताब के अंदर पूरा है, अहमद रजा साहब मेरी किताब है। हाँ जी। तो कहते हैं जिन्ना साहब ने जवाब दिया, my friend, in Pakistan my word will be like the word of God। यानी जो मैं आज ਤੁਹਾਡੇ ਨਾਲ ਫਾਇਦਾ ਕਰਾਂਗਾ, ਵਾਸਲਾ ਕਰਾਂਗਾ, ਉਹ ਪੂਰਾ ਹੋਏਗਾ। ਉੱਥੇ ਫਿਰ ਹਰਦੀਪ ਸਿੰਘ ਮਲਿਕ ਔਰ ਬਾਕੀ ਕਹਿੰਦੇ ਨੇ ਕਿ ਵੀ ਰਿਅਲਾਈਜ਼ ਕਿ ਮਿਸਟਰ ਜਿਨਾਹ ਵਾਸ ਕੰਪਲੀਟਲੀ ਆਊਟ ਆਫ ਟੱਚ ਕਿ ਹੋ ਕੀ ਰਿਹਾ ਪੰਜਾਬ ਦੇ ਵਿੱਚ, ਤੇ ਉੱਥੇ ਉਹ ਨੈਗੋਸ਼ੀਏਸ਼ਨਸ ਖਤਮ ਹੋ ਗਈਆਂ। ਲਿਹਾਜ਼ਾ ਹੁਣ ਤੁਸੀਂ ਫੈਸਲਾ ਕਰ ਲਓ। ਇੱਕ ਹੋਰ ਗੱਲ ਹੈ ਜਿਹੜੀ ਜਿਨਾਹ ਦੀ ਕਿਤਾਬ ਵਿੱਚ ਆਉਂਦੀ ਹੈ, ਦੇਖੋ ਚੌਧਰੀ ਰਹਿਮਤ ਅਲੀ ਦਾ ਨੇ ਜਿਹੜਾ ਕਿਹਾ ਸੀ ਨਾ ਕਿ ਸਿੱਖਿਸਤਾਨ ਵੀ ਬਣਾਓ, ਤੇ ਉਹਨੂੰ ਫਿਰ ਜਿਹੜਾ ਉਹਨਾਂ ਨੇ ਸਿੱਖਿਸਤਾਨ ਬਣਾਇਆ ਸੀ ਉਹ ਸਿਰਫ ਈਸਟ ਪੰਜਾਬ ਦੀ ਪ੍ਰਿੰਸਲੀ ਸਟੇਟਸ ਤੱਕ ਸੀ। ਉਹਦੇ ਵਿੱਚ ਜਲੰਧਰ, ਲਾਹੌਰ, ਲੁਧਿਆਣੇ ਦੇ ਇਲਾਕੇ ਨਹੀਂ ਸਨ ਆਉਂਦੇ, ਉਹ ਪਾਕਿਸਤਾਨ ਵਿੱਚ ਹੀ ਆ ਰਹੇ ਸਨ। ਲਿਹਾਜ਼ਾ ਜਿਨਾਹ ਜਿਹੜੀ ਨੈਗੋਸ਼ੀਏਸ਼ਨਸ ਵੀ ਕਰਨਾ ਚਾਹੁੰਦੇ ਸਨ ਨਾ ਕਿ ਤੁਹਾਨੂੰ ਮੈਂ ਸਭ ਦੇ ਦਿਆਂਗਾ, ਉਹ ਇਹ ਡਿਸਟ੍ਰਿਕਟ ਨਹੀਂ ਸਨ ਕਿਧਰੀ, ਮਤਲਬ ਉਸ ਤੇ ਡਿਸਕਸ਼ਨ ਹੀ ਨਹੀਂ ਹੋਈ। ਹੀ ਮੈਂਟ what had already been offered by ਚੌਧਰੀ ਰਹਿਮਤ ਅਲੀ ਕਿ ਤੁਹਾਨੂੰ ਪ੍ਰਿੰਸਲੀ ਸਟੇਟ ਜਿੱਥੀਆਂ ਨੇ ਉੱਥੇ ਤੁਹਾਨੂੰ ਅਸੀਂ ਇੱਕ ਸਟੇਟ ਬਣਾ ਦੇਵਾਂਗੇ, ਜਿਹੜੀ ਕਿ ਸਿੱਖਾਂ ਦੇ ਇੰਟਰਸਟ ਵਿੱਚ ਨਹੀਂ ਸੀ। ਇੱਕ ਹੋਰ ਗੱਲ ਸੁਣ ਲਓ, ਇਹ ਵੀ ਸੁਣ ਲਓ ਜੀ। 1945 ਤੋਂ ਮੈਂ ਸ਼ੋਅ ਕੀਤਾ ਹੈ ਕਿ ਮਾਸਟਰ ਤਾਰਾ ਸਿੰਘ, ਬਲਕਿ 42 ਤੋਂ ਕੋਸ਼ਿਸ਼ਾਂ ਹੋ ਗਈਆਂ ਸਨ ਕਿ ਜੇ ਪਾਰਟੀਸ਼ਨ ਹੁੰਦੀ ਹੈ ਔਰ ਸਿੱਖਾਂ ਦੇ ਇੰਟਰਸਟ ਉਹਦੇ 'ਚ ਪ੍ਰੋਟੈਕਟ ਨਹੀਂ ਹੁੰਦੇ ਤੇ ਅਸੀਂ ਕਰਾਂਗੇ ਕਿ ਇੱਥੋਂ ਦੇ
ਮੁਸਲਮਾਨਾਂ ਨੂੰ ਕੱਢ ਕੇ ਜਿਹੜੇ ਉਧਰੋਂ ਸਿੱਖ ਆਉਣਗੇ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਤੇ ਕੰਪੈਕਟ ਜਗ੍ਹਾ ਦੇ ਵਿੱਚ ਵਸਾਵਾਂਗੇ। ਕਿਉਂਕਿ ਹਿਸਟਰੀ 'ਚ ਇਹ ਸੀ ਕਿ ਪ੍ਰੀ ਪਾਰਟੀਸ਼ਨ ਪੰਜਾਬ ਵਿੱਚ ਸਿੱਖ ਹਰ ਜਗ੍ਹਾ ਸਨ, ਲੇਕਿਨ ਕਿਸੇ ਜਗ੍ਹਾ ਤੇ ਮੈਜੋਰਿਟੀ 'ਚ ਵੀ ਨਹੀਂ ਸਨ। ਈਵਨ ਇਨ ਅੰਮ੍ਰਿਤਸਰ ਜਿਹੜੀ ਉਹਨਾਂ ਦੀ ਹੋਲੀ ਸਿਟੀ ਹੈ, ਉਹਦੇ ਦੇ ਵਰ ਨਾਟ ਇਨ ਅ ਮੈਜੋਰਿਟੀ। ਉਹਨਾਂ ਦੀ ਓਵਰਆਲ ਪਰਸੈਂਟੇਜ 13.2% ਸੀ, ਜੇ ਪ੍ਰਿੰਸਲੀ ਸਟੇਟ ਮਿਲਾ ਲਓ ਤਾਂ 14.1% ਬਣਦੀ ਹੈ। But majority were Muslims, 57 if you have just British Punjab, or 52 if you include princely states. Hindus were 29%. ਤੇ ਸਿੱਖਾਂ ਦਾ ਅਲਮੀਆ ਇਹ ਸੀ ਕਿ ਜੇ ਬਾਅਦ ਵਿੱਚ ਕੁਝ ਹੁੰਦਾ ਵੀ ਹੈ ਤੇ ਅਸੀਂ ਤੇ ਫਿਰ ਵੰਡੇ ਜਾਵਾਂਗੇ, ਲਿਹਾਜ਼ਾ ਜੇ ਵੰਡ ਹੁੰਦੀ ਹੈ ਤੇ ਸਾਰੇ ਸਿੱਖ ਇੱਧਰ ਆਣਗੇ, ਸਾਰੇ ਮੁਸਲਮਾਨ ਉੱਧਰ ਜਾਣਗੇ, ਔਰ ਉਹੀ ਹੋਇਆ। ਸਿੱਖਾਂ ਨੇ ਜਦੋਂ 1940 ਦਾ ਆਇਆ ਸੀ ਨਾ ਜੀ ਰੈਜ਼ੋਲੂਸ਼ਨ, ਉਹਦੇ 10 ਦਿਨ ਦੇ ਵਿੱਚ ਹੀ ਸੁੰਦਰ ਸਿੰਘ ਮਜੀਠੀਆ ਜਿਹੜੇ ਹੈਡ ਸਨ ਸਿੱਖ ਨੈਸ਼ਨਲਿਸਟ ਪਾਰਟੀ ਦੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੀ ਤੇ ਹਿੰਦੁਸਤਾਨ ਦੀ ਪਾਰਟੀਸ਼ਨ ਦੇ ਖਿਲਾਫ ਨਹੀਂ ਆ, ਪਾਕਿਸਤਾਨ ਦੀ ਹਿੰਦੁਸਤਾਨ ਦੀ, ਲੇਕਿਨ ਜੇ ਹਿੰਦੁਸਤਾਨ ਦੀ ਤਕਸੀਮ ਰਿਲੀਜੀਅਸ ਬੁਨਿਆਦ ਤੇ ਹੁੰਦੀ ਹੈ ਤੇ ਅਸੀਂ ਪੰਜਾਬ ਦੀ ਵੀ ਕਰਾਵਾਂਗੇ। ਤੇ ਇਹ ਸਿੱਖਾਂ ਦੀ ਡਿਮਾਂਡ ਹੈ ਕਿ ਜੇ ਤੁਸੀਂ ਪਾਕਿਸਤਾਨ ਬਣਾਉਂਦੇ ਹੋ ਤੇ ਸਾਨੂੰ ਅਲੱਗ ਸਟੇਟ ਦਿਓ ਜਾਂ ਇੰਡੀਆ ਦੇ ਨਾਲ ਸਾਨੂੰ ਦਿਓ। ਕਾਂਗਰਸ ਨੇ ਤੇ 8 ਮਾਰਚ 1947 ਸਿੱਖਾਂ ਦੀ ਡਿਮਾਂਡ ਨੂੰ ਮੰਨਿਆ ਨਾ, ਉਸ ਤੋਂ ਪਹਿਲੇ ਤੇ ਉਹ ਯੂਨਾਈਟਿਡ ਇੰਡੀਆ ਦੀ ਗੱਲ ਹੀ ਕਰਦੇ ਰਹੇ ਨੇ ਵਿਦ ਐਨ ਇਫੈਕਟਿਵ ਸੈਂਟਰ। ਦੋਸਤੋ, ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਸਾਡੇ ਨਾਲ ਹਨ ਔਰ ਇਹ ਸਿਲਸਿਲਾ ਲੰਬਾ ਚੱਲੇਗਾ। ਇਹ ਉਹ ਕੁਝ ਬੈਕਗਰਾਉਂਡ ਉਹਨਾਂ ਨੇ ਦੱਸਿਆ, ਅੱਜ 47 ਦੇ ਵੇਲੇ ਪੰਜਾਬ ਦੇ ਨਾਲ ਕੀ ਵਾਪਰਦੀ ਹੈ, ਇੱਥੇ ਕੀ ਕੀ ਹੋਇਆ, ਉਸ ਵੇਲੇ ਦੀ ਸਿਆਸਤ ਕੀ ਹੈ, ਉਸ ਵੇਲੇ ਦੀ ਸਿਕਿਉਰਿਟੀ ਏਜੰਸੀ ਦਾ ਕੀ ਕਿਰਦਾਰ ਹੈ, ਲੋਕਾਂ ਦਾ ਕੀ ਕਿਰਦਾਰ ਹੈ, ਔਰ ਇਹਦੇ ਵਿੱਚ ਦੱਸਦੇ ਜਾਈਏ ਕਿ ਸਾਰੇ ਲੋਕਾਂ ਦਾ ਕਿਰਦਾਰ ਬੁਰਾ ਹੀ ਨਹੀਂ, ਬਹੁਤ ਸਾਰੇ ਲੋਕਾਂ ਦਾ ਅੱਛਾ ਕਿਰਦਾਰ ਵੀ ਹੈ। ਇਹ ਸਾਰਾ ਕੁਝ ਪੰਜਾਬ ਦਾ ਬਿਟਵਾਰਾ ਇਹ ਡਿਸਕਸ ਹੋਏਗਾ ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਦੇ ਨਾਲ। ਫਿਲਹਾਲ ਦਿਓ ਸਾਨੂੰ ਇਜਾਜ਼ਤ, ਮਿਲਦੇ ਹਾਂ ਅਗਲੀ ਕਿਸ਼ਤ ਦੇ ਨਾਲ।